ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਕੁਝ ਮੁੱਦੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਉਹ ਮੁੱਦੇ ਜਿਨ੍ਹਾਂ ਦੇ ਉੱਤੇ ਪੂਰੇ ਕੈਨੇਡਾ ਦੇ ਵਿੱਚ ਅੱਜ ਗੱਲਬਾਤ ਹੁੰਦੀ ਰਹੀ ਹੈ ਤੇ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰਾਂ ਸੁਰਖੀਆਂ ਬਣੀਆਂ। ਇੱਕ ਤਾਂ ਜਿਹੜੀ ਪੂਰੀ ਦੁਨੀਆ ਦੇ ਵਿੱਚ ਸੁਰਖੀ ਬਣ ਰਹੀ ਹੈ ਯੂਕਰੇਨ ਰੂਸ ਦਾ ਯੁੱਧ, ਉਹਦੇ ਵਿੱਚ ਕੀ ਅਪਡੇਟ ਹੋਈ ਹੈ, ਕੀ ਉਹਦੇ ਵਿੱਚ ਅੱਗੇ ਹੋ ਰਿਹਾ, ਉਹ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਸਕਾਚਵੈਨ ਦੇ ਵਿੱਚ ਇੱਕ ਮਸਲਾ ਪੈਦਾ ਹੋ ਗਿਆ ਕਿ ਜਿਹੜੇ ਉੱਥੋਂ ਦੀ ਰੇਲਵੇ ਸਰਵਿਸ ਆ ਉਹਨੂੰ ਕਿਹਾ ਗਿਆ ਕਿ ਇਹਨੂੰ ਅਸੈਂਸ਼ੀਅਲ ਜਿਹੜੀ ਕੰਮਕਾਰ ਆ ਉਹਦੇ ਵਿੱਚ ਸ਼ਾਮਲ ਕੀਤਾ ਜਾਵੇ। ਹੁਣ ਇਹ ਮਾਮਲਾ ਕੀ ਹੈ ਇਹਦੇ ਬਾਰੇ ਵੀ ਜਾਣਾਂਗੇ। ਸਰੀ ਦੇ ਵਿੱਚ ਦੋ ਗੱਡੀਆਂ ਨੂੰ ਅੱਗ ਲੱਗੀ ਗਿਲਫੋਰਡ ਇਲਾਕੇ ਦੇ ਵਿੱਚ। ਸਰੀ RCMP ਉਹਨੂੰ ਲੱਭ ਰਹੀ ਆ। ਸਰੀ ਪੁਲਿਸ ਸਰਵਿਸ ਆਪਣੀ ਜਿਹੜੀ ਭਰਤੀ ਆ ਉਹ ਕਰ ਰਹੀ ਆ, ਉਹਨਾਂ ਦਾ ਕੰਮ ਵੀ ਤੇਜ਼ੀ ਦੇ ਨਾਲ ਚੱਲ ਰਿਹਾ। ਉਹਦੇ ਬਾਰੇ ਵੀ ਕੁਝ ਅਪਡੇਟ ਦੱਸਾਂਗੇ, ਕਿਹੜੇ ਲੋਕ ਉਹਦੇ ਵਿੱਚ ਹੋਰ ਸਰੀ ਪੁਲਿਸ ਸਰਵਿਸ ਦੇ ਵਿੱਚ ਆ ਰਹੇ ਆ। ਇਸੇ ਤਰ੍ਹਾਂ ਅੱਜ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਆ। ਮਾਸਕ ਹਟਾ ਦਿੱਤੇ ਗਏ ਆ, ਪਰ ਕੀ ਹੁਣ ਲੋਕ ਹਜੇ ਵੀ ਬਹੁਤ ਸਾਰੇ ਲੋਕ ਆ ਜਿਹੜੇ ਮਾਸਕ ਪਾਉਣਾ ਜਾਰੀ ਰੱਖ ਰਹੇ ਆ। ਖਾਸ ਕਰ ਡਾਕਟਰਸ ਦੇ ਨਾਲ ਓਨਟਾਰੀਓ ਦੇ ਵਿੱਚ ਗੱਲਬਾਤ ਕੀਤੀ ਗਈ ਆ। ਉਹ ਕੀ ਕਹਿੰਦੇ ਆ ਵੀ ਭਾਵੇਂ ਹੁਣ ਮੈਂਡੇਟ ਹਟ ਗਿਆ ਕਿ ਮਾਸਕ ਪਾਓ ਜਾਂ ਨਾ ਪਾਓ, ਪਰ ਕੁਝ ਲੋਕ ਫੇਰ ਵੀ ਪਾ ਰਹੇ। ਇਹਦੇ ਪਿੱਛੇ ਕੀ ਸਾਇੰਸ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਇਸੇ ਤਰ੍ਹਾਂ ਹੀ ਕੱਲ੍ਹ ਅਸੀਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ COVID-19 ਦੇ ਟੈਸਟ ਦੀ ਰਿਕੁਆਇਰਮੈਂਟ ਹਟ ਗਈ ਆ ਜੇਕਰ ਕਿਸੇ ਨੇ ਕੈਨੇਡਾ ਦੇ ਵਿੱਚ ਆਉਣਾ। ਕੱਲ੍ਹ ਆਪਾਂ ਗੱਲਬਾਤ ਕੀਤੀ ਸੀ ਕਿ ਇਹ ਅਨਾਊਂਸਮੈਂਟ ਹੋ ਸਕਦੀ ਆ। ਅੱਜ ਉਹ ਅਨਾਊਂਸਮੈਂਟ ਹੋ ਗਈ ਆ ਤੇ ਇਹ ਗੱਲ ਪੱਕੀ ਹੋ ਗਈ ਆ ਕਿ ਹੁਣ ਉਹ ਟੈਸਟ ਜਿਹੜਾ ਹਟਾ ਦਿੱਤਾ ਜਾਣਾ ਆ। ਇੱਕ ਅੱਜ ਆਪਾਂ ਇੰਸ਼ੋਰੈਂਸ ਸੰਬੰਧੀ ਜਿਹੜੇ ਖਾਸ ਕਰਕੇ ਇੰਡੀਆ ਤੋਂ ਲੋਕ ਆਉਂਦੇ ਆ ਇੱਥੇ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇੱਥੇ ਆਉਣਾ ਆ, ਉਹਨਾਂ ਦੇ ਇਸ ਸੰਬੰਧੀ ਗੱਲਬਾਤ ਕਰਨੀ ਆ ਪਰਮਿੰਦਰ ਥਿੰਦ ਹੋਣਾ ਦੇ ਨਾਲ ਕਿ ਕੀ ਜ਼ਰੂਰਤਾਂ ਨੇ, ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ, ਉਹ ਵੀ ਗੱਲਬਾਤ ਕਰਾਂਗੇ। ਤੇ ਸੁਖੀ ਬਾਠ ਉਹਨਾਂ ਦੇ ਨਾਲ ਅਸੀਂ ਕੁਝ ਖਾਸ ਗੱਲਾਂ ਬਾਤਾਂ ਕਰਨੀਆਂ। ਪੰਜਾਬ ਭਵਨ ਦੇ ਵਿੱਚ 19 ਮਾਰਚ ਸ਼ਨੀਵਾਰ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਪੰਜਾਬ ਭਵਨ ਦੇ ਵਿੱਚ ਸਰਗਰਮੀਆਂ ਵਾਪਸ, ਪੰਜਾਬ ਭਵਨ ਸਰੀ ਦੇ ਵਿੱਚ ਸਰਗਰਮੀਆਂ ਜਿਹੜੀਆਂ ਵਾਪਸ ਸ਼ੁਰੂ ਹੋ ਚੁੱਕੀਆਂ ਆ, ਉਹਦੇ ਸੰਬੰਧੀ ਵੀ ਆਪਾਂ ਸੁਖੀ ਬਾਠ ਜੀ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਚੱਲਦੇ ਹਾਂ ਸਸਕਾਚਵੈਨ ਵੱਲ। ਸਸਕਾਚਵੈਨ ਤੋਂ ਇਹ ਖਬਰ ਆ ਰਹੀ ਹੈ ਕਿ ਸਸਕਾਚਵੈਨ ਦੇ ਪ੍ਰੀਮੀਅਰ ਨੇ ਸਕਾਟ ਮੋ, ਉਹਨਾਂ ਨੇ ਫੈਡਰਲ ਸਰਕਾਰ ਨੂੰ ਇੱਕ ਬੇਨਤੀ ਕੀਤੀ ਹੈ, ਇੱਕ ਗੱਲ ਕਹੀ ਆ ਕਿ ਰੇਲ ਵਰਕਰਸ ਦੇ ਸਟ੍ਰਾਈਕ ਉੱਤੇ ਜਾਣ ਨੂੰ ਇਲੀਗਲ ਕਰਾਰ ਦੇ ਦਿਓ। ਵੀ ਜੇ ਰੇਲ ਦੇ ਵਰਕਰ ਹੜਤਾਲ ਦੇ ਉੱਤੇ ਚਲੇ ਜਾਣ ਤਾਂ ਇਹ ਗੱਲ ਗੈਰ ਕਾਨੂੰਨੀ ਹੋਵੇ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੈਨੇਡਾ ਦੇ ਵਿੱਚ ਪ੍ਰੋਟੈਸਟ ਹੋਏ ਆ, ਕਈ ਕੁਛ ਹੋਇਆ। ਉਹ ਸਾਰੇ ਮੱਦੇਨਜ਼ਰ ਇਹ ਹੁਣ ਇੱਕ ਨਵੀਂ ਗੱਲਬਾਤ ਸਾਹਮਣੇ ਆ ਰਹੀ ਆ। ਉਹ ਸਕਾਚਵੈਨ ਐਸੋਸੀਏਸ਼ਨ ਆਫ ਰੂਰਲ ਮਿਊਨਿਸਪੈਲਿਟੀਜ਼ SARM ਉਹਨਾਂ ਦੀ ਐਨੂਅਲ ਕਨਵੈਨਸ਼ਨ ਨੂੰ ਰਜਾਈਨਾ ਦੇ ਵਿੱਚ ਕੱਲ੍ਹ ਬੁੱਧਵਾਰ ਨੂੰ ਸੰਬੋਧਿਤ ਕਰ ਰਹੇ ਸੀ ਤੇ ਉੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਲਾਸੀਫਿਕੇਸ਼ਨ ਕੀਤੀ ਜਾਵੇ। ਕਲਾਸੀਫਿਕੇਸ਼ਨ ਦਾ ਭਾਵ ਕੀ ਆ ਕਿ ਜਿਹੜੇ ਰੇਲਵੇ ਵਰਕਰ ਆ ਇਹਨਾਂ ਨੂੰ ਅਸੈਂਸ਼ੀਅਲ ਕਰਾਰ ਦਿੱਤਾ ਜਾਵੇ। ਵੀ ਇਹ ਜਿਹੜਾ ਇਹ ਹੈਗਾ ਆ, ਇਹਨੂੰ ਬੈਕ ਟੂ ਵਰਕ ਲੈਜਿਸਲੇਸ਼ਨ ਆ, ਇਹਨੂੰ ਪਾਸ ਕੀਤਾ ਜਾਵੇ। ਕੈਨੇਡੀਅਨ ਪੈਸੀਫਿਕ ਰੇਲਵੇ EMPLOYEES ਜੇ ਸਟ੍ਰਾਈਕ ਦੇ ਉੱਤੇ ਜਾਂਦੇ ਆ। ਜਿਹੜੀ CP ਰੇਲ ਆ, ਕੈਨੇਡੀਅਨ ਪੈਸੀਫਿਕ ਰੇਲਵੇ ਆ, ਇਹਦੀ ਬਹੁਤ ਸਮੇਂ ਤੋਂ ਬਹੁਤ ਸਾਰੀਆਂ ਮੰਗਾਂ ਇਹਨਾਂ ਦੀਆਂ, ਕੁਝ ਵੇਜਸ ਨੂੰ ਲੈ ਕੇ, ਕੁਝ ਪੈਨਸ਼ਨ ਨੂੰ ਲੈ ਕੇ। ਹੁਣ ਇਹ ਕਹਿੰਦੇ ਆ ਕਿ ਅਸੀਂ ਸਟ੍ਰਾਈਕ ਦੇ ਉੱਤੇ ਚਲੇ ਜਾਣਾ, ਉਹਦੇ ਨਾਲ ਕੀ ਹੋਣਾ ਕਿ ਬਹੁਤ ਮਾੜਾ ਪ੍ਰਭਾਵ ਪੂਰੀ ਇਕੋਨਮੀ ਦੇ ਉੱਤੇ ਪੈਣਾ। ਇੱਥੇ ਹੁਣ ਸਕਾਟ ਮੋ ਉੱਥੋਂ ਦੇ ਪ੍ਰੀਮੀਅਰ ਸਸਕਾਚਵੈਨ ਜਿਹੜਾ ਕਿ ਕੈਨੇਡਾ ਦਾ ਇੱਕ ਪ੍ਰੋਵਿੰਸ ਆ, ਉਹ ਪਹਿਲਾਂ ਹੀ ਇਹ ਮੰਗ ਕਰ ਰਹੇ ਆ ਵੀ ਇਹਨਾਂ ਨੂੰ ਉਸ ਖਾਤੇ ਦੇ ਵਿੱਚ ਪਾ ਦਿਓ, ਉਸ ਕੈਟਾਗਰੀ ਉਸ ਵਰਗ ਦੇ ਵਿੱਚ ਰੱਖ ਦਿਓ ਜਿੱਥੇ ਕਿ ਇਹਨਾਂ ਨੂੰ ਅਸੈਂਸ਼ੀਅਲ ਕਿਹਾ ਜਾਵੇ, ਵੀ ਇਹ ਜ਼ਰੂਰੀ ਕੰਮਾਂ ਕਾਜਾਂ ਦੇ ਵਿੱਚ ਆਉਂਦੇ ਆ, ਇਹ ਹੜਤਾਲ 'ਤੇ ਨਹੀਂ ਜਾ ਸਕਦੇ ਜਿੱਦਾਂ ਪੁਲਿਸ ਆ ਜਾਂ ਹੋਰ ਜਿਹੜੇ ਕੰਮਕਾਰ ਹੈਗੇ ਆ ਉਹਨਾਂ ਵਾਂਗੂ। ਹੁਣ ਉਹ ਕਹਿੰਦੇ ਵੀ ਜੇ ਕਿਤੇ ਇਹਨਾਂ ਨੇ ਸਟ੍ਰਾਈਕ ਕਰ ਦਿੱਤੀ ਤਾਂ ਹਾਲਤ ਬਹੁਤ ਮਾੜੀ ਹੋਣੀ ਹੈ। ਅਸੈਂਸ਼ੀਅਲ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਆ ਉਹ ਪ੍ਰੋਵਿੰਸ ਦੇ ਵਿੱਚ, ਕਿਉਂਕਿ ਪਹਿਲਾਂ ਹੀ ਇਸ ਵੇਲੇ ਕਈ ਤਰ੍ਹਾਂ ਦੀ ਸਪਲਾਈ ਚੇਨ ਦੇ ਇਸ਼ੂ ਆ ਰਹੇ ਆ, ਉਹ ਸਾਰੇ ਕੁਝ ਦੇ ਉੱਤੇ ਇਹਦਾ ਬੁਰਾ ਪ੍ਰਭਾਵ ਪੈ ਸਕਦਾ। ਅਤੇ ਉਹ ਹੁਣ ਜਿਹੜੀ ਹੈਗੀ ਆ ਇਹ ਜਿਹੜੀ ਸਸਕਾਚਵੈਨ ਪਾਰਟੀ ਹੈਗੀ ਆ ਉਹਨਾਂ ਦੀ, ਅਤੇ ਉਹ ਇੱਕ ਪਲਾਨ ਕਰ ਰਹੇ ਆ ਕਿ ਓਟਵਾ ਦੇ ਵਿੱਚ ਐਸੇ ਹਫ਼ਤੇ ਦੇ ਇੱਕ ਪਟੀਸ਼ਨ ਦਿੱਤੀ ਜਾਵੇ ਜਿਹਦੇ ਨਾਲ ਘੱਟੋ ਘੱਟ ਇਹ ਸਟ੍ਰਾਈਕ 'ਤੇ ਵਰਕਰ ਰੇਲਵੇ ਵਾਲੇ ਨਾ ਜਾ ਸਕਣ। ਹੁਣ ਇੱਥੇ ਆ ਕਿ ਰੇਲਵੇ ਦੀ ਜਿਹੜੀ ਯੂਨੀਅਨ ਆ ਉਹਨਾਂ ਦੀ ਸਰਕਾਰ ਦੇ ਨਾਲ ਲੰਬੇ ਸਮੇਂ ਤੋਂ ਗੱਲਬਾਤ ਚੱਲਦੀ ਹੈ ਅਤੇ ਚੱਲਦੀ ਰਹਿੰਦੀ ਵੀ ਆ। ਉਹਨਾਂ ਦੇ ਕਈ ਰੌਲੇ ਗੋਲੇ ਇਸ ਮਾਮਲੇ ਦੇ ਵਿੱਚ ਹੁੰਦੇ ਆ ਕਿ ਉਹਨਾਂ ਨੇ ਜਿਹੜਾ ਕੀ ਉਹਦੇ ਵਿੱਚ ਕਰਨਾ ਆ, ਕਿੰਨਾ ਕਰਨਾ ਆ, ਕਿੰਨੇ ਵੇਜਸ ਵਧਾਉਣੇ ਆ। ਪ੍ਰੀਮੀਅਰ ਇਹ ਕਹਿ ਰਹੇ ਆ ਕਿ ਅਸੀਂ ਉਸ ਨੈਗੋਸ਼ੀਏਸ਼ਨ ਨੂੰ ਅੰਡਰਮਾਈਨ ਨਹੀਂ ਕਰ ਰਹੇ। ਇਹ ਨਹੀਂ ਕਹਿ ਰਹੇ ਕਿ ਉਹ ਨਹੀਂ ਹੋਣੀ ਚਾਹੀਦੀ, ਟੇਬਲ 'ਤੇ ਗੱਲਬਾਤ ਹੋਣੀ ਚਾਹੀਦੀ ਆ, ਪਰ ਇੱਕ ਪ੍ਰੈਸ਼ਰ ਉਹਨਾਂ ਦੇ ਉੱਤੇ ਹੋਣਾ ਚਾਹੀਦਾ ਵੀ ਉਹ ਸਟ੍ਰਾਈਕ 'ਤੇ ਨਾ ਜਾ ਸਕਣ। ਜਿਹੜੀ ਯੂਨੀਅਨ ਆ ਰੇਲ ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਆ, ਉਹ ਕਹਿੰਦੇ ਵੀ ਅਸੀਂ ਆਪਣੀ ਯੂਨੀਅਨ ਦੇ ਵਰਕਰਸ ਨਾਲ ਗੱਲਬਾਤ ਕੀਤੀ ਆ, ਉਹਦੇ ਵਿੱਚੋਂ 96 ਜਿਹੜੇ ਕਹਿੰਦੇ ਆ ਵੀ ਸਟ੍ਰਾਈਕ 'ਤੇ ਜਾਣਾ ਚਾਹੀਦਾ, ਵੀ ਇਹ ਗੱਲ ਠੀਕ ਆ।
ਹੁਣ ਇਹਦੇ ਨਾਲ ਕਿੰਨੀ ਕੁ ਗੱਲਬਾਤ ਜਿਹੜੀ ਬਣਦੀ ਆ, ਕੀ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ, ਇਹ ਇੱਕ ਵੱਡਾ ਮਸਲਾ ਖੜਾ ਹੋ ਗਿਆ। ਜਿਹੜੇ ਫੈਡਰਲ ਲੇਬਰ ਮਿਨਿਸਟਰ ਆ ਉਹਨਾਂ ਨੇ ਵੀ ਬੁੱਧਵਾਰ ਨੂੰ ਕਿਹਾ ਕਿ ਉਹ ਤੇ ਉਹਨਾਂ ਦੇ ਨਾਲ ਜਿਹੜੇ ਫੈਡਰਲ ਟਰਾਂਸਪੋਰਟ ਮਿਨਿਸਟਰ ਆ ਉਹ ਇਸ ਸਾਰੇ ਇੰਪੈਕਟ ਨੂੰ ਦੇਖ ਰਹੇ ਆ ਕਿ ਜਿੰਨਾ ਇਹਦੇ ਉੱਤੇ ਅਸਰ ਪੈਣਾ, ਤੇ ਉਹ ਕਹਿੰਦੇ ਅਸੀਂ ਬਹੁਤ ਨੇੜਿਓਂ ਇਸ ਸਿਚੁਏਸ਼ਨ ਨੂੰ ਦੇਖ ਰਹੇ ਆ। ਜਦੋਂ ਸਸਕਾਚਵਨ ਦੇ ਵਿੱਚ ਜਿਹੜੀ ਰੇਲ ਯੂਨੀਅਨ ਆ ਉਹਨਾਂ ਨੇ ਇਹ ਕਹਿ ਦਿੱਤਾ ਕਿ 100 ਦੇ ਵਿੱਚੋਂ 96 ਸਾਡੇ ਨਾਲ ਸਹਿਮਤ ਆ, ਸਾਡੇ ਵਰਕਰ, ਸਾਡੇ ਮੈਂਬਰ, ਇਹਦਾ ਮਤਲਬ ਇਹ ਆ 72 ਘੰਟੇ ਦਾ ਨੋਟਿਸ ਦੇ ਕੇ ਉਹ ਆਰਾਮ ਨਾਲ ਸਟ੍ਰਾਈਕ ਦੇ ਉੱਤੇ ਜਾ ਸਕਦੇ ਆ। ਹੁਣ ਦੂਜੇ ਪਾਸੇ ਜਿਹੜਾ ਫੂਡ ਆ, ਭੋਜਨ ਆ, ਉਹ ਇੱਧਰੋਂ ਉੱਧਰ ਜਾਣਾ, ਐਕਸਪੋਰਟ ਹੋਣਾ, ਉਹਦੇ ਉੱਤੇ ਬਹੁਤ ਵੱਡਾ ਇਹਦੇ ਨਾਲ ਅਸਰ ਪੈਣਾ। ਜੇ ਉਹ ਸਟ੍ਰਾਈਕ ਦੇ ਉੱਤੇ ਚਲੇ ਜਾਂਦੇ ਆ ਤੇ ਬਹੁਤ ਵੱਡਾ ਇੱਕ ਅਸਰ ਉਹਨਾਂ ਦੇ ਉੱਤੇ ਪੈ ਸਕਦਾ ਹੈ। ਹਰ ਇੱਕ ਚੀਜ਼ ਦੇ ਉੱਤੇ, ਫਾਰਮਰਸ ਦੇ ਉੱਤੇ ਬਹੁਤ ਵੱਡਾ ਇਹਦਾ ਅਸਰ ਪਊਗਾ। ਇਹ ਟਾਈਮਿੰਗ ਬਹੁਤ ਖਤਰਨਾਕ ਆ ਸਟ੍ਰਾਈਕ ਦੇ ਉੱਤੇ ਜਾਣ ਦੀ। ਇੱਕ ਪਾਸੇ ਵਾਤਾਵਰਨ ਦਾ ਇੰਪੈਕਟ ਕਿਸਾਨਾਂ ਦੇ ਉੱਤੇ ਤੇ ਦੂਜੀਆਂ ਥਾਵਾਂ ਦੇ ਉੱਤੇ ਪਿਆ, ਦੂਜੇ ਪਾਸੇ ਇਹ ਪੈਂਡੈਮਿਕ ਨੇ ਜੋ ਕੁਝ ਖਰਾਬ ਕੀਤਾ, ਤੀਜਾ ਯੂਕਰੇਨ ਰੂਸ ਦਾ ਯੁੱਧ, ਉਹਦਾ ਸਪਲਾਈ ਚੇਨ ਦੇ ਉੱਤੇ ਅਸਰ, ਤੇ ਜੇ ਕਿਤੇ ਇਹ ਸਟ੍ਰਾਈਕ ਦੇ ਉੱਤੇ ਚਲੇ ਜਾਂਦੇ ਆ ਤਾਂ ਫਿਰ ਗੱਲਬਾਤ ਕਾਫੀ ਜ਼ਿਆਦਾ ਵਿਗੜ ਸਕਦੀ ਆ। ਜਿਹੜੇ ਲੇਬਰ ਮਿਨਿਸਟਰ ਨੇ ਕਿਹਾ ਕਿ ਕੈਨੇਡੀਅਨ ਪੈਸੀਫਿਕ ਨੇ ਨੋਟਿਸ ਦਿੱਤਾ ਸੀ ਕਿ ਜਿਹੜਾ ਇਹਦੀ ਲੌਕਆਊਟ ਕਰਨ ਦੇ ਲਈ ਸੰਡੇ ਨੂੰ, ਤੇ ਹੁਣ ਇਹਦੇ ਵਿੱਚ ਅੱਗੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਚੱਲ ਰਹੀਆਂ ਕਿ ਜੇ ਸਟ੍ਰਾਈਕ ਹੁੰਦੀ ਆ ਤਾਂ ਉਹਦੇ ਨਾਲ ਕਿੱਦਾਂ ਨਜਿੱਠਣਾ ਆ, ਤੇ ਉਹ ਪੱਕਾ ਹੀ ਪ੍ਰਬੰਧ ਕਰਨਾ ਚਾਹੁੰਦੇ ਆ ਕਿ ਇੱਕ ਲੈਜਿਸਲੇਸ਼ਨ ਇਸ ਤਰ੍ਹਾਂ ਦਾ ਲਿਆਂਦਾ ਜਾਵੇ ਕਿ ਇਹਨਾਂ ਨੂੰ ਅਸੈਂਸ਼ੀਅਲ ਉਸ ਕੈਟਾਗਰੀ ਦੇ ਵਿੱਚ ਪਾ ਕੇ ਤੇ ਇਹ ਇਹਨਾਂ ਨੂੰ ਉਸ ਵਰਗ ਦੇ ਵਿੱਚ ਰੱਖ ਦਿੱਤਾ ਜਾਵੇ ਕਿ ਕਿਤੇ ਵੀ ਸਟ੍ਰਾਈਕ ਦੇ ਉੱਤੇ ਨਾ ਜਾ ਸਕਣ। ਦੂਜੀ ਖਬਰ ਯੂਕਰੇਨ ਰੂਸ ਯੁੱਧ ਦੀ ਆ। ਤੁਹਾਨੂੰ ਪਤਾ ਕਿ ਅੱਜ 22 ਦਿਨ ਹੋ ਗਿਆ ਇਸ ਯੁੱਧ ਨੂੰ ਚੱਲਦੇ ਨੂੰ। ਪਹਿਲਾਂ ਰੂਸ ਕਹਿੰਦਾ ਸੀ ਕਿ ਅਸੀਂ ਕੋਈ ਇੱਦਾਂ ਦੀ ਉਹਦੇ ਵਿੱਚ ਨਹੀਂ ਜਾ ਰਹੇ, ਯੁੱਧ ਨਹੀਂ ਕਰ ਰਹੇ, ਸਿਰਫ ਇੱਕ ਮਿਲਟਰੀ ਦਾ ਆਪਰੇਸ਼ਨ ਆ, ਪਰ ਅੱਜ ਤੱਕ ਜੋ ਕੁਛ ਹੋਇਆ ਤੁਹਾਡੇ ਸਾਰੇ ਸਾਹਮਣੇ। ਕੱਲ੍ਹ US ਕਾਂਗਰਸ ਨੂੰ ਉਹਨਾਂ ਨੇ ਸੰਬੋਧਿਤ ਕੀਤਾ ਸੀ ਉੱਥੋਂ ਦੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ, ਤੇ ਹੁਣ ਦੱਸਦੇ ਆ ਕਿ ਜਿਹੜੀ ਰੂਸੀ ਸੈਨਾ ਆ ਉਹ ਯੂਕਰੇਨ ਦੀ ਰਾਜਧਾਨੀ ਕੀਵ ਦੇ ਕਾਫੀ ਨਜ਼ਦੀਕ ਪਹੁੰਚ ਗਈ ਆ। ਜਿਹੜੇ ਪੱਛਮੀ ਦੇਸ਼ ਆ ਉਹਨਾਂ ਵੱਲੋਂ ਜਿੰਨੀਆਂ ਇਹ ਪਾਬੰਦੀਆਂ ਲਾਈਆਂ ਜਾ ਰਹੀਆਂ ਉਹਦਾ ਪਲਟਵਾਰ ਕਰਦਿਆਂ ਰੂਸ ਵੀ ਆਪਣਾ ਐਕਸ਼ਨ ਲੈ ਰਿਹਾ ਆ। ਮੀਡੀਆ ਰਿਪੋਰਟਸ ਕੁਝ ਜਿਹੜੀਆਂ ਆ ਰਹੀਆਂ ਉਹ ਦੱਸਦੀਆਂ ਕਿ ਰੂਸ ਅਮਰੀਕਾ ਤੇ ਯੂਰਪੀਅਨ ਕੰਪਨੀਆਂ ਦੇ ਉੱਤੇ ਮਾਲਕਾਨਾ ਹੱਕ ਵਾਲੇ ਸੈਂਕੜੇ ਜਿਹੜੇ ਕਮਰਸ਼ੀਅਲ ਪਲੇਨ ਆ ਉਹ ਜ਼ਬਤ ਕਰ ਰਿਹਾ ਆ। ਰੂਸ ਦੀ ਸੈਨਾ ਨੇ ਜਿਹੜਾ ਪੂਰਬੀ ਯੂਕਰੇਨ ਆ ਉਹਦੇ ਇੱਕ ਸ਼ਹਿਰ ਦੇ ਉੱਤੇ ਗੋਲਾਬਾਰੀ ਕੀਤੀ ਆ ਤੇ ਇਹਦੇ ਵਿੱਚ 21 ਲੋਕਾਂ ਦੀ ਮੌਤ ਹੋਈ ਆ, 25 ਜ਼ਖਮੀ ਹੋਏ ਆ। ਮੀਡੀਆ ਰਿਪੋਰਟਸ ਇਹ ਵੀ ਦੱਸ ਰਹੀਆਂ ਕਿ ਸੈਨਾ ਨੇ ਖਾਰਕੀਵ ਦੇ ਬਾਹਰ ਇਲਾਕੇ ਵਿੱਚ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ। ਜਿਹੜੇ ਜ਼ਖਮੀ ਹੋਏ ਉਹਨਾਂ ਦੇ ਵਿੱਚੋਂ 10 ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਪਹਿਲੀ ਵਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵਾਰ ਕ੍ਰਿਮੀਨਲ ਕਿਹਾ। ਰੂਸੀ ਰਾਸ਼ਟਰਪਤੀ ਨੂੰ ਵਾਰ ਕ੍ਰਿਮੀਨਲ ਕਹਿਣਾ ਇਹਨੂੰ ਬਹੁਤ ਵੱਡੀ ਗੱਲ ਮੰਨਿਆ ਜਾ ਰਿਹਾ, ਤੇ ਇਸ ਬਿਆਨ ਨੂੰ ਅਮਰੀਕਾ ਦਾ ਜਿਹੜਾ ਰੁਖ ਹੈ, ਉਹਦਾ ਜਿਹੜਾ ਪੈਂਤੜਾ ਆ ਰੂਸ ਨੂੰ ਲੈ ਕੇ, ਉਹਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਦੱਸਿਆ ਜਾ ਰਿਹਾ। ਮੈਰੀਓਪੋਲ ਦੇ ਵਿੱਚ ਇੱਕ ਡਰਾਮਾ ਥੀਏਟਰ ਆ, ਉਹਦੀ ਬੇਸਮੈਂਟ ਦੇ ਵਿੱਚ ਕਾਫੀ ਨਾਗਰਿਕ ਜਿਹੜੇ ਲੁਕੇ ਸੀਗੇ ਉਹ ਬਚ ਗਏ ਆ, ਇਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ। ਉੱਥੋਂ ਦੇ ਡਿਪਟੀ ਮੇਅਰ ਨੇ ਕਿਹਾ ਕਿ ਰੂਸੀ ਹਮਲੇ ਦੀ ਵਜ੍ਹਾ ਕਾਰਨ ਉਹਨਾਂ ਦੇ ਸ਼ਹਿਰ ਦਾ 80 ਤੋਂ 90% ਹਿੱਸਾ ਤਬਾਹ ਹੋ ਗਿਆ। ਸੋਚ ਕੇ ਦੇਖੋ ਕਿ ਮੈਰੀਓਪੋਲ ਦਾ 80 ਤੋਂ 90% ਹਿੱਸਾ ਜੇਕਰ ਤਬਾਹ ਹੋ ਗਿਆ ਤਾਂ ਬਾਕੀ ਉੱਥੇ ਦੀ ਹਾਲਤ ਕਿੱਦਾਂ ਦੀ ਹੋਊਗੀ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਇਹ ਗੱਲ ਦੱਸਿਆ ਕਿ ਅਮਰੀਕਾ ਵੱਲੋਂ ਯੂਕਰੇਨ ਨੂੰ 600 ਸਟ੍ਰਿੰਗਰ ਐਂਟੀ ਏਅਰਕ੍ਰਾਫਟ ਮਿਜ਼ਾਈਲਸ, 2600 ਜੈਵਲਨ ਐਂਟੀ ਟੈਂਕ ਮਿਜ਼ਾਈਲ ਜਿਹੜੀਆਂ ਉਹ ਦਿੱਤੀਆਂ ਗਈਆਂ। ਮੀਡੀਆ ਰਿਪੋਰਟਸ ਇਹ ਵੀ ਦੱਸ ਰਹੀਆਂ ਕਿ ਰੂਸ ਤੇ ਯੂਕਰੇਨ ਦੇ ਵਿੱਚ ਸੀਜ਼ ਫਾਇਰ ਵੀ ਹੋ ਸਕਦਾ ਆ। ਗੱਲਬਾਤ ਚੱਲ ਰਹੀ ਹੈ, ਪਰ ਇਹ ਕਾਫੀ ਦਿਨਾਂ ਤੋਂ ਹੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ, ਪਰ ਉਹਦੇ ਨਤੀਜੇ ਸਾਡੇ ਸਾਹਮਣੇ ਅਜੇ ਤੱਕ ਨਹੀਂ ਆ ਰਹੇ। ਨਾਟੋ ਦੇ ਜਿਹੜੇ ਸੈਕਟਰੀ ਜਨਰਲ ਨੇ, ਮਿਲਟਰੀ ਕਮਾਂਡਰਸ ਨੇ, ਉਹਨਾਂ ਦੇ ਜਿਹੜੇ ਪੂਰਬ ਯੂਰਪ ਵਾਲੇ ਪਾਸੇ ਜ਼ਿਆਦਾ ਸੈਨਾ ਲਾਉਣ ਦੇ ਲਈ ਕਿ ਜਿਹੜੀ ਡਿਟੇਲਡ ਪਲਾਨ ਬਣਾਉਣ ਦੇ ਲਈ ਕਿਹਾ, ਤਾਂ ਕਿ ਇੱਕ ਹੋਰ ਦਬਾਅ ਬਣਾਇਆ ਜਾ ਸਕੇ। ਮੀਡੀਆ ਏਜੰਸੀ ਦੇ ਸੰਬੰਧ ਵਿੱਚ ਰੂਸ ਨੇ ਕੱਲ੍ਹ ਬੁੱਧਵਾਰ ਨੂੰ ਜਿਹੜਾ BBC ਆ ਉਹਨਾਂ ਨੂੰ ਰੂਸ ਦੇ ਵਿੱਚ ਬਲੌਕ ਕਰ ਦਿੱਤਾ। ਜਿਹੜੇ ਉੱਥੋਂ ਦੇ ਵਿਦੇਸ਼ ਮਹਿਕਮਾ ਆ ਉਹਨਾਂ ਨੇ ਦੱਸਿਆ ਕਿ ਜਿਹੜੀ ਇੱਕ ਇਨਫੋਰਮੇਸ਼ਨ ਵਾਰ, ਰੂਸ ਇਹ ਕਹਿ ਰਿਹਾ ਕਿ ਜਿਹੜੀ ਪੱਛਮੀ ਦੇਸ਼ਾਂ ਨੇ ਇਨਫੋਰਮੇਸ਼ਨ ਵਾਰ ਸਾਡੇ ਨਾਲ ਸ਼ੁਰੂ ਕੀਤੀ ਆ, ਲੜਾਈ ਸ਼ੁਰੂ ਕੀਤੀ ਆ, ਉਹਦੀ ਅਸੀਂ ਜਵਾਬੀ ਕਾਰਵਾਈ ਕਰ ਰਹੇ ਹਾਂ, ਤੇ ਇਹ ਰੂਸ ਦੀ ਉਸ ਜਵਾਬ ਦੀ ਸ਼ੁਰੂਆਤ ਆ। ਹੋ ਸਕਦਾ ਜੇ BBC ਨੂੰ ਰੂਸ ਦੇ ਵਿੱਚ ਬੈਨ ਕਰਤਾ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੀਡੀਆਜ਼ ਨੂੰ ਵੀ ਉੱਥੇ ਬੈਨ ਕਰ ਦਿੱਤਾ ਜਾਵੇ, ਉਹਨਾਂ ਦੀਆਂ ਵੈਬਸਾਈਟਸ ਉੱਥੇ ਖੋਲ੍ਹ ਨਹੀਂ ਸਕਦੀਆਂ। ਯੂਕਰੇਨ ਦਾ ਦਾਅਵਾ ਇਹ ਆ ਕਿ ਮੈਰੀਓਪੋਲ ਸਿਟੀ ਦੇ ਮੇਅਰ ਇਆਨ ਰੋਬਦ ਨੇ ਰੂਸੀ ਸੈਨਾ ਨੇ ਜਿਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਉਹਨੂੰ ਛੁਡਾ ਲਿਆ ਆ,
ਤੇ 11 ਮਾਰਚ ਨੂੰ ਰੂਸੀ ਸੈਨਾ ਨੇ ਦੱਸਦੇ ਸੀ ਕਿ ਉਹਨੂੰ ਕਿਡਨੈਪ ਕਰ ਲਿਆ ਸੀ। ਤੇ ਹੁਣ ਇਹਦੇ ਤੋਂ ਬਾਅਦ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ, ਅਮਰੀਕਾ ਵੀ ਦਾਅਵਾ ਕਰ ਰਿਹਾ ਕਿ 20 ਦਿਨ ਦੀ ਲੜਾਈ ਦੇ ਵਿੱਚ 7000 ਰੂਸੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ, ਜਿਹਦੇ ਵਿੱਚ 3 ਜਨਰਲ ਵੀ ਸ਼ਾਮਲ ਆ। 14 ਤੋਂ 21,000 ਦੇ ਵਿੱਚ ਸੈਨਿਕ ਬੁਰੀ ਤਰ੍ਹਾਂ ਜ਼ਖਮੀ ਕੀਤੇ ਆ। ਰਿਪੋਰਟ ਇਹ ਵੀ ਦੱਸਦੀਆਂ ਕਿ ਰੂਸੀ ਸੈਨਿਕਾਂ ਦਾ ਮਨੋਬਲ ਪੂਰੀ ਤਰ੍ਹਾਂ ਟੁੱਟ ਚੁੱਕਾ ਆ। ਰੂਸ ਦੇ ਵਿੱਚ ਆਪਣੇ ਅੰਦਰੋਂ ਵੀ ਵਿਦਰੋਹ ਵਾਲੇ ਹਾਲਾਤ ਬਣੇ ਆ, ਲੋਕ ਸੜਕਾਂ ਦੇ ਉੱਤੇ ਆ ਕੇ ਵਿਰੋਧ ਕਰ ਰਹੇ ਆ। ਉਹ ਜਿਹੜੇ ਉੱਥੇ ਉਹ ਸਪਿਰਿਟ ਉਹਨਾਂ ਦੇ ਵਿੱਚ ਲੜਨ ਦੀ ਨਹੀਂ ਹੈਗੀ, ਇਹ ਵੀ ਦੱਸਿਆ ਜਾ ਰਿਹਾ। ਅਮਰੀਕਾ ਇਹ ਗੱਲਬਾਤ ਕਹਿ ਰਿਹਾ। ਇਹਦੇ ਨਾਲ ਹੀ ਅਮਰੀਕਾ ਨੇ ਰੂਸ ਦੇ ਖਿਲਾਫ 8 ਦੇਸ਼ਾਂ ਦਾ ਇੱਕ ਸੰਗਠਨ ਉਹ ਵੀ ਇਕੱਠੇ ਹੋ ਗਏ ਆ, ਜਿਨ੍ਹਾਂ ਦੇ ਵਿੱਚ ਜਿਹੜੇ ਅਮਰੀਕਾ, ਬ੍ਰਿਟਨ, ਕੈਨੇਡਾ, ਫਰਾਂਸ, ਜਾਪਾਨ, ਆਸਟ੍ਰੇਲੀਆ, ਜਰਮਨੀ ਤੇ ਇਟਲੀ ਵੀ ਸ਼ਾਮਲ ਆ। ਇਹਨਾਂ ਨੇ ਹੁਣ ਕੀਤਾ ਕੀ ਆ ਕਿ ਜਿਹੜੇ ਉੱਥੋਂ ਦੇ ਬਿਲੀਅਨਰ ਨੇ ਰੂਸ ਦੇ, ਇਹ ਕਹਿੰਦੇ ਵੀ ਅਸੀਂ ਉਹਨਾਂ ਦੀਆਂ ਸਾਰੀ ਜਿਹੜੀ ਪ੍ਰਾਪਰਟੀ ਆ ਉਹਨੂੰ ਜ਼ਬਤ ਕਰ ਲਵਾਂਗੇ। ਸੋ ਚਾਹੇ ਉਹ ਡਰਾਮਾ ਥੀਏਟਰ ਦੇ ਵਿੱਚ ਲੁਕੇ ਲੋਕਾਂ ਦੀ ਗੱਲ ਆ, ਚਾਹੇ ਸਵਿਮਿੰਗ ਪੂਲ ਦੇ ਵਿੱਚ ਉੱਥੇ ਜਿਹੜੀ ਹਵਾਈ ਬੰਬਾਰੀ ਹੋਈ ਆ, ਦੱਸਦੇ ਆ ਕਿ 1000 ਦੇ ਕਰੀਬ ਨਾਗਰਿਕਾਂ ਨੇ ਉੱਥੇ ਜਿਹੜੀ ਸ਼ਰਨ ਲਈ ਆ, ਉੱਥੇ ਬਚਾਅ ਕੀਤਾ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਕਿ ਗੱਲਬਾਤ ਕਿੱਧਰਲੇ ਪਾਸੇ ਜਾਂਦੀ ਆ। ਅਜੇ ਇਹ ਯੁੱਧ ਸਮਾਪਤ ਹੁੰਦਾ ਨਜ਼ਰ ਨਹੀਂ ਆ ਰਿਹਾ। ਕੱਲ੍ਹ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕੋਵਿਡ-19 ਦੇ ਟੈਸਟ ਬਾਰੇ, ਕਿ ਇਹਦੇ ਬਾਰੇ ਅਨਾਊਂਸਮੈਂਟ ਹੋ ਸਕਦੀ ਹੈ। ਉਹ ਅੱਜ ਅਨਾਊਂਸਮੈਂਟ ਹੋ ਗਈ ਆ ਤੇ ਹੁਣ ਇਹ ਸਕ੍ਰੈਪ ਕਰ ਦਿੱਤਾ। ਕੋਵਿਡ-19 ਟੈਸਟ ਜਿਹੜੇ ਫੁੱਲੀ ਵੈਕਸੀਨੇਟਡ ਲੋਕ ਹੈਗੇ ਆ, ਅੱਜ ਵੀਰਵਾਰ ਦੇ ਦਿਨ ਇਹ ਅਨਾਊਂਸਮੈਂਟ ਕੀਤੀ ਆ ਕਿ 1 ਅਪ੍ਰੈਲ ਤੋਂ ਸ਼ੁਰੂ ਹੋ ਕੇ ਜਿਹੜੇ ਵੈਕਸੀਨੇਟਡ ਟਰੈਵਲਰਸ ਨੇ ਉਹਨਾਂ ਨੂੰ ਕੋਵਿਡ-19 ਦੇ ਟੈਸਟ ਦੀ ਜਿਹੜਾ 1 ਦਿਨ ਪਹਿਲਾਂ ਕਰਾਉਣਾ ਪੈਂਦਾ ਸੀ, ਉਹਦੀ ਲੋੜ ਨਹੀਂ ਆ। ਅਨਾਊਂਸਮੈਂਟ ਹੋ ਗਈ। ਇਹਦੇ ਉੱਤੇ ਦੇ ਨਾਲ ਹੀ ਵਾਦ ਵਿਵਾਦ ਵੀ ਸ਼ੁਰੂ ਹੋ ਗਿਆ। ਕੁਝ ਲੋਕ ਤਾਂ ਇਹ ਕਹਿ ਰਹੇ ਆ, ਜਿਹੜਾ ਇੱਕ ਵਰਗ ਲੋਕਾਂ ਦਾ ਲੋਕ ਰਾਏ ਇਹ ਕਹਿ ਰਹੀ ਆ ਕਿ ਠੀਕ ਕੀਤਾ, ਜਿੰਨੀ ਜਲਦੀ ਇਹ ਕੋਵਿਡ-19 ਦਾ ਟੈਸਟ ਹਟੂਗਾ, ਰਿਕੁਆਇਰਮੈਂਟਸ ਹਟਣਗੀਆਂ, ਉਨਾ ਹੀ ਜ਼ਿਆਦਾ ਲੋਕ ਟਰੈਵਲ ਕਰਨਗੇ, ਉਨੀ ਜ਼ਿਆਦਾ ਇਕੋਨਮੀ ਦੁਬਾਰਾ ਸ਼ੁਰੂ ਹੋਊਗੀ। ਇੱਕ ਲੌਜਿਕ ਇਹ ਵੀ ਆ ਉਹਨਾਂ ਦਾ ਕਿ ਵੈਕਸੀਨ ਜਦੋਂ ਸਾਰਿਆਂ ਦੇ ਲੱਗ ਗਈ ਆ, ਹਰਡ ਇਮਿਊਨਿਟੀ ਬਣ ਗਈ ਆ, ਤਾਂ ਫਿਰ ਇਹਦੀ ਲੋੜ ਕੀ ਆ ਵੀ ਹੁਣ ਇਹਨੂੰ ਬੰਦ ਕਰ ਦੇਣਾ ਚਾਹੀਦਾ। ਖਾਸ ਕਰ ਜਿਹੜੀ ਏਵੀਏਸ਼ਨ ਇੰਡਸਟਰੀ ਆ, ਇਹ ਟਰੈਵਲ ਕਰਨ ਵਾਲੇ ਨੇ, ਏਅਰਲਾਈਨਸ ਨੇ, ਇਹ ਲੋਕ ਲੌਬਿੰਗ ਕਰ ਰਹੇ ਸੀ ਲੰਬੇ ਸਮੇਂ ਤੋਂ ਕਿ ਇਹਨਾਂ ਨੂੰ ਰਿਸਟ੍ਰਿਕਸ਼ਨਸ ਨੂੰ ਹਟਾਓ। ਜਿਹੜਾ ਇਹ ਬਿਜ਼ਨਸ ਤਾਂ ਚੱਲਣੇ ਆ ਜੇਕਰ ਇਹ ਰਿਸਟ੍ਰਿਕਸ਼ਨਸ ਘਟਣਗੀਆਂ। ਹੁਣ ਇਹਨਾਂ ਦਾ ਲੌਜਿਕ ਇਹ ਆ ਕਿ ਇਹ ਠੀਕ ਆ, ਬੰਦ ਕਰ ਦਿੱਤਾ, ਇਹਨੂੰ ਬੰਦ ਕਰ ਦੇਣਾ ਚਾਹੀਦਾ ਸੀ। ਲੋਕ ਖਰਚੇ ਦੀ ਵੀ ਗੱਲ ਕਰ ਰਹੇ ਆ ਕਿ ਜੇ 100 ਤੋਂ ਉੱਤੇ $100-150 ਦਾ ਇੱਕ ਟੈਸਟ ਪੈਂਦਾ ਆ, ਕਈ ਥਾਵਾਂ 'ਤੇ $200 ਦਾ ਵੀ ਟੈਸਟ ਪੈਂਦਾ ਆ, ਅਤੇ ਉਹ ਇੱਕ ਲੋਕਾਂ ਦੇ ਉੱਤੇ ਵਾਧੂ ਦਾ ਬੋਝ ਆ। ਦੂਜਾ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜੀ ਹੁਣ ਜਦੋਂ ਓਮੀਕਰੋਨ ਵੇਰੀਐਂਟ ਦੀ ਗੱਲ ਕੀਤੀ ਜਾ ਰਹੀ ਸੀ ਕਿ ਓਮੀਕਰੋਨ ਵੇਰੀਐਂਟ ਤਾਂ ਸਾਰੇ ਫੈਲ ਹੀ ਚੁੱਕਾ, ਹੁਣ ਟੈਸਟ ਕਾਹਦੇ ਲਈ ਆ ਵੀ ਹੁਣ ਕੀ ਹੋ ਜਾਊਗਾ ਵੱਧ ਤੋਂ ਵੱਧ ਜੇ ਉਹ ਆ ਵੀ ਜਾਂਦੇ ਆ, ਕਿਉਂਕਿ ਮੈਜੋਰਿਟੀ ਨੂੰ ਵੈਕਸੀਨ ਲੱਗ ਚੁੱਕੀ ਆ। ਇਹਦੇ ਉਲਟ ਕੁਛ ਲੋਕ ਇਹੋ ਜਿਹੇ ਵੀ ਆ ਜਿਹੜੇ ਇਸ ਟੈਸਟ ਦੀ ਸ਼ਰਤ ਨੂੰ ਖਤਮ ਕਰਨ ਦਾ ਵਿਰੋਧ ਕਰ ਰਹੇ ਆ। ਉਹ ਇਹ ਕਹਿ ਰਹੇ ਆ ਕਿ ਇਹ ਹਜੇ ਇਹਨੂੰ ਜਾਰੀ ਰੱਖਣਾ ਚਾਹੀਦਾ ਸੀ, ਕਿਉਂਕਿ ਯੂਰਪ ਦੇ ਵਿੱਚ ਜਿਹੜਾ ਇਹਦਾ ਇੱਕ ਹੋਰ ਸਬ ਵੇਰੀਐਂਟ ਆ ਓਮੀਕਰੋਨ ਦਾ, ਕੋਵਿਡ-19 ਦਾ ਵੇਰੀਐਂਟ ਓਮੀਕਰੋਨ ਦਾ ਇੱਕ ਹੋਰ ਸਬ ਵੇਰੀਐਂਟ BA.2, ਉਹ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ। ਚੀਨ ਦੇ ਵਿੱਚ ਉਹਨਾਂ ਨੇ ਲੱਖਾਂ ਹੀ ਲੋਕਾਂ ਨੂੰ ਲੋਕਡਾਊਨ ਦੇ ਵਿੱਚ ਕਰ ਦਿੱਤਾ ਇੱਕ ਵਾਰੀ ਫੇਰ, ਕਿਉਂਕਿ ਉੱਥੇ ਉਹ ਵੇਰੀਐਂਟ ਫੈਲ ਰਿਹਾ ਹੈ ਵੀ ਜੇ ਥੋੜ੍ਹਾ ਚਿਰ ਹੋਰ ਇਹਨੂੰ ਹੁਣ ਇਸੇ ਤਰ੍ਹਾਂ ਹੀ ਰੱਖੋ ਤਾਂ ਘੱਟੋ ਘੱਟ ਬਚਾਅ ਹੋ ਸਕਦਾ ਆ। ਨਹੀਂ ਇੱਕਦਮ ਇਹ ਚੱਕਣਾ ਚਾਹੀਦਾ ਸੀ ਵੀ ਐਡੀ ਜਲਦੀ ਇਹਨਾਂ ਨੂੰ ਨਾ ਚੱਕੋ ਕਿ ਦੁਬਾਰਾ ਫੇਰ ਲਾਉਣੀਆਂ ਪੈ ਜਾਣ। ਜੋ ਕੁਝ ਯੂਰਪ ਦੇ ਵਿੱਚ ਹੋ ਰਿਹਾ ਉਹ ਕੈਨੇਡਾ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ, ਇਹ ਇਸ ਧਿਰ ਦਾ ਕਹਿਣਾ ਆ। ਪਰ ਬਾਵਜੂਦ ਇਹਨਾਂ ਸਾਰੀਆਂ ਗੱਲਾਂ ਦੇ ਇਸ ਵੇਲੇ ਇਹ ਟੈਸਟ ਦੀ ਰਿਕੁਆਇਰਮੈਂਟ 1 ਅਪ੍ਰੈਲ ਤੋਂ ਚੱਕ ਦਿੱਤੀ ਗਈ ਆ। ਅਨਾਊਂਸਮੈਂਟ ਇਹ ਵੀ ਦੱਸਦੀ ਆ, ਤੇ ਨਾਲ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਯੀਵ ਡਕਲਸ, ਉਹਨਾਂ ਨੇ ਇਹ ਵੀ ਕਿਹਾ ਆ ਅੱਜ ਆਪਣੀ ਗੱਲਬਾਤ ਦੇ ਵਿੱਚ ਕਿ ਸਾਨੂੰ ਸਿਚੁਏਸ਼ਨ ਦੇ ਨਾਲ ਐਡਜਸਟ ਕਰਨਾ ਪਊਗਾ, ਕਿ ਜੇ ਸਾਨੂੰ ਦੇਖਣਾ ਪਊਗਾ ਅਸੀਂ ਇਹਨੂੰ ਵੀ ਜਿੱਥੇ ਸਾਨੂੰ ਲੋੜ ਆ ਉੱਥੇ ਟੈਸਟ ਕਰਨਾ ਪਊਗਾ। ਜਿਹੜੀ ਰੈਂਡਮ ਟੈਸਟਿੰਗ ਆ ਏਅਰਪੋਰਟ ਦੇ ਉੱਤੇ ਜਦੋਂ ਤੁਸੀਂ ਉਤਰਦੇ ਆ ਇੱਥੇ ਕੈਨੇਡਾ ਦੇ ਵਿੱਚ, ਤੁਹਾਡੀ ਰੈਂਡਮ ਟੈਸਟਿੰਗ ਕੀਤੀ ਜਾਂਦੀ ਹੈ, ਉਹਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਗਿਆ ਕਿ ਕਿਸੇ ਨਾ ਕਿਸੇ ਦੀ ਟੈਸਟ ਜਿਹੜਾ ਆ ਉਹ ਕੀਤਾ ਜਾਊਗਾ। ਮਾਮਲਾ ਇਹ ਵੀ ਆ ਕਿ ਜੇ ਰੈਂਡਮ ਟੈਸਟਿੰਗ ਜਾਰੀ ਰੱਖੀ ਜਾਂਦੀ ਆ ਤਾਂ ਰੈਂਡਮ ਟੈਸਟਿੰਗ ਕਿੰਨੀ ਹੋਊਗੀ, ਕਾਸਟ ਵੀ ਤਾਂ ਇੱਕ ਬਹੁਤ ਵੱਡਾ ਮਸਲਾ ਪਿਆ ਕਿ ਜੇ $150 ਇੱਥੇ ਕੈਨੇਡਾ ਦੇ ਵਿੱਚ ਸਰਕਾਰ ਨੂੰ ਇਹਦੀ ਕੀਮਤ ਪੈ ਰਹੀ ਹੈ ਟੈਸਟ ਕਰਨ ਦੀ, ਤੇ ਹੁਣ ਜੇ ਆਉਣ ਵਾਲੇ ਦਿਨਾਂ ਦੇ ਵਿੱਚ 10-20 ਗੁਣਾ ਲੋਕ ਵੱਧ ਜਾਂਦੇ ਆ ਜਿਹੜੇ ਟਰੈਵਲ ਕਰਨ ਵਾਲੇ ਆ, ਕਿਉਂਕਿ ਪੈਂਡੈਮਿਕ ਹਟ ਗਈ ਆ, ਤਾਂ ਫਿਰ ਉਹਨਾਂ ਦੇ ਵਿੱਚੋਂ ਜੇ ਰੈਂਡਮਲੀ ਕਿੰਨਿਆਂ ਨੂੰ ਟੈਸਟ ਕੀਤਾ ਜਾਊਗਾ ਤਾਂ ਉਹ ਕਾਸਟ ਤਾਂ ਉੱਥੇ ਦੀ ਉੱਥੇ ਹੀ ਰਹੀ। ਇਹਨੂੰ ਵੀ ਹਟਾ ਦੇਣਾ ਚਾਹੀਦਾ ਸੀ। ਪਰ ਲੌਜਿਕ ਇਹ ਦਿੱਤਾ ਜਾ ਰਿਹਾ, ਦਲੀਲ ਇਹ ਦਿੱਤੀ ਜਾ ਰਹੀ ਆ ਕਿ ਜਿਹੜੇ ਇਹਦੇ ਸਬ ਵੇਰੀਐਂਟਸ ਨੇ ਉਹਨੂੰ ਟਰੈਕ ਕਰਨ ਦੇ ਲਈ ਇਹ ਟੈਸਟਿੰਗ ਬਹੁਤ ਜ਼ਰੂਰੀ ਹੈ।
ਤਾਂ ਤੁਸੀਂ ਟੈਸਟਿੰਗ ਕਰੋਗੇ, ਤੁਹਾਨੂੰ ਪਤਾ ਲੱਗੂਗਾ ਕਿ ਕਿਹੜਾ ਵੇਰੀਐਂਟ ਕਿੱਥੇ ਹੈਗਾ ਆ, ਤਾਂ ਤੁਹਾਨੂੰ ਜਿਹੜੀਆਂ ਇਹ ਗੱਲਾਂ ਬਾਤਾਂ ਸਮਝ ਆਉਣਗੀਆਂ ਤੇ ਤੁਸੀਂ ਉਹਨੂੰ ਟਰੈਕ ਕਰ ਸਕਦੇ ਆ। ਸੋ ਇਸ ਵੇਲੇ ਜਿਹੜੇ ਟਰੈਵਲਰ ਵੀ ਇੱਥੇ ਐਂਟਰ ਕਰ ਰਹੇ ਆ, ਆਪਾਂ ਉਹਨਾਂ ਦੀ ਵੈਕਸੀਨ ਲੱਗੀ ਹੈ ਜਾਂ ਨਹੀਂ ਲੱਗੀ, ਉਹਨਾਂ ਨੂੰ ਪ੍ਰੂਫ ਆਫ ਨੈਗੇਟਿਵ ਕੋਵਿਡ-19 ਟੈਸਟ ਦੇਣਾ ਪੈਂਦਾ ਆ ਇਸ ਵੇਲੇ, ਔਰ ਜਿਹੜਾ 24 ਘੰਟੇ ਪਹਿਲਾਂ ਫਲਾਈਟ ਤੋਂ ਲਿਆ ਹੋਵੇ। ਤੇ ਇਸੇ ਤਰ੍ਹਾਂ ਹੀ ਜਿਹੜੀ ਨੈਗੇਟਿਵ PCR ਟੈਸਟ ਹੈਗਾ ਉਹਨਾਂ ਨੂੰ ਪਹਿਲੇ 72 ਘੰਟੇ ਤੋਂ ਪਹਿਲਾਂ ਦੱਸਣਾ ਪੈਂਦਾ ਆ। ਅਗਲੇ ਮਹੀਨੇ ਤੋਂ ਹੁਣ ਇਹ ਜਿਹੜੀ ਤਬਦੀਲੀ ਆ ਉਹ ਸ਼ੁਰੂ ਹੋ ਜੂਗੀ ਤੇ ਫੁੱਲੀ ਵੈਕਸੀਨੇਟਡ ਟਰੈਵਲਰ ਜਿਹੜੇ ਆ ਉਹਨਾਂ ਨੂੰ ਰੈਂਡਮ ਟੈਸਟ ਦੇ ਥਰੂ ਜਾਣਾ ਪਊਗਾ। ਕੁਆਰੰਟੀਨ ਉਹਨਾਂ ਨੂੰ ਨਹੀਂ ਕਰਨਾ ਪਊਗਾ। ਜੇ ਕਿਸੇ ਨੂੰ ਟੈਸਟ ਕੀਤਾ ਜਾਂਦਾ ਉਹ ਆਪਣੇ ਘਰ ਜਾ ਸਕਦਾ ਆ। ਅਨਵੈਕਸੀਨੇਟਡ ਜਾਂ ਜਿਹੜੇ ਪਾਰਸ਼ਲੀ ਵੈਕਸੀਨੇਟਡ ਟਰੈਵਲਰਸ ਹੈਗੇ ਆ ਉਹਨਾਂ ਨੂੰ ਮੋਲੀਕੂਲਰ ਟੈਸਟ ਕਰਾਉਣਾ ਪਊਗਾ ਜਦੋਂ ਇੱਥੇ ਪਹੁੰਚਦੇ ਆ। ਫਿਰ 8ਵੇਂ ਦਿਨ ਦੇ ਉੱਤੇ ਤੇ ਉਹਨਾਂ ਨੂੰ 14 ਦਿਨ ਦਾ ਜਿਹੜਾ ਕੁਆਰੰਟੀਨ ਆ ਉਹ ਵੀ ਕਰਨਾ ਪਊਗਾ। ਸਾਰੇ ਟਰੈਵਲਰ ਕੀ ਉਹਨਾਂ ਦਾ ਵੈਕਸੀਨੇਸ਼ਨ ਸਟੇਟਸ ਹੈਗਾ ਕਿ ਨਹੀਂ, ਅਰਾਈਵ ਕੈਨ ਐਪ ਦੇ ਉੱਤੇ ਤੁਹਾਨੂੰ ਫਿਰ ਵੀ ਆਪਣੀ ਐਂਟਰੀ ਕਰਨੀ ਪਊਗੀ ਜਿਹੜੀ ਪਹਿਲਾਂ ਕਰਦੇ ਸੀ। ਸੋ ਇਹਨਾਂ ਗੱਲਾਂ ਦਾ ਖਿਆਲ ਰੱਖਣ ਦੇ ਨਾਲ ਹੁਣ ਇਸ ਵੇਲੇ ਕਿਹਾ ਜਾ ਰਿਹਾ ਕਿ ਸਾਨੂੰ ਇਸ ਕੋਵਿਡ-19 ਦੇ ਨਾਲ ਹੀ ਰਹਿਣਾ ਪਊਗਾ। ਅਸੀਂ ਇਸ ਪੈਂਡੈਮਿਕ ਦੇ ਵਿੱਚ ਅਕੋਰਡਿੰਗਲੀ ਐਡਜਸਟ ਵੀ ਕਰੀ ਜਾਵਾਂਗੇ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਆ ਉੱਦਾਂ ਹੀ ਅਸੀਂ ਉਹਦੇ ਵਿੱਚ ਐਡਜਸਟ ਕਰਕੇ ਅਗਲੀ ਸਰਕਾਰ ਸਟ੍ਰੈਟਜੀ ਬਣਾਊਗੀ ਤੇ ਉਹਦੇ ਅਨੁਸਾਰ ਹੀ ਚੱਲਾਂਗੇ। ਤੇ ਅੱਜ ਦੀ ਇਸ ਅਨਾਊਂਸਮੈਂਟ ਅਨੁਸਾਰ ਕੋਵਿਡ-19 ਟੈਸਟ ਦੀ ਹੁਣ ਲੋੜ 1 ਅਪ੍ਰੈਲ ਤੋਂ ਨਹੀਂ ਰਹੀ। ਸਰੀ RCMP ਇੱਕ ਮੰਗ ਕਰ ਰਹੀ ਹੈ, ਲੋਕਾਂ ਨੂੰ ਕਿਹਾ ਉਹਨਾਂ ਨੇ ਕਿ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਜਾਵੇ ਜਾਂ ਜੇ ਕਿਸੇ ਦੇ ਕੋਲ ਇਹ ਜਾਣਕਾਰੀ ਹੈਗੀ ਤਾਂ ਉਹ ਦੱਸਣ ਕਿ 2 ਵਹੀਕਲਸ ਨੂੰ ਜਾਣ ਬੁੱਝ ਕੇ ਅੱਗ ਲਾਈ ਗਈ ਆ ਗਿਲਫਰਡ ਇਲਾਕੇ ਦੇ ਵਿੱਚ, ਇੱਕ ਡਰਾਈਵੇ ਦੇ ਵਿੱਚ। ਸਰੀ ਦਾ ਇਲਾਕਾ ਗਿਲਫਰਡ ਇਲਾਕੇ ਦੇ ਇੱਕ ਡਰਾਈਵੇ ਦੇ ਵਿੱਚ ਜਾਣ ਬੁੱਝ ਕੇ ਕਹਿੰਦੇ ਅੱਗ ਲਾਈ ਗਈ। 11 ਮਾਰਚ ਦੀ ਗੱਲ ਆ। ਪੌਣੇ 3 ਵਜੇ ਤੜਕੇ 2:40 ਤੇ ਪੁਲਿਸ ਨੂੰ ਇੱਕ ਰਿਕੁਐਸਟ ਆਉਂਦੀ ਹੈ ਸਰੀ ਫਾਇਰ ਸਰਵਿਸ ਤੋਂ ਕਿ ਸਾਡੀ ਮਦਦ ਕੀਤੀ ਜਾਵੇ, ਇੱਥੇ ਵਹੀਕਲ ਨੂੰ ਅੱਗ ਲੱਗੀ ਹੈ ਡਰਾਈਵੇ ਦੇ ਉੱਤੇ। ਇੱਕ ਘਰ ਜਿਹੜਾ 177 ਬਲਾਕ 101 ਐਵੀਨਿਊ ਦੇ ਉੱਤੇ ਥੋੜ੍ਹਾ ਜਿਹਾ ਹਾਈਵੇ 1 ਤੇ ਹਾਈਵੇ 17 ਇੰਟਰਚੇਂਜ ਤੋਂ ਉੱਤਰ ਵਾਲੇ ਪਾਸੇ, ਨਾਰਥ ਵਾਲੇ ਪਾਸੇ। ਜਿਹੜੀ ਰਿਲੀਜ਼ ਜਾਰੀ ਕੀਤੀ ਹੈ ਸਰੀ RCMP ਨੇ, ਉਹਨਾਂ ਦੇ ਵਿੱਚ ਦੱਸਿਆ ਕਾਂਸਟੇਬਲ ਗੁਰਵਿੰਦਰ ਕੌਰ ਘੱਗ ਨੇ ਕਿ ਜਿਹੜੀ ਫਾਇਰ ਆ ਉਹਨੂੰ ਬੁਝਾ ਦਿੱਤਾ ਗਿਆ ਸੀ। 2 ਵਹੀਕਲ ਪੂਰੀ ਤਰ੍ਹਾਂ ਡੈਮੇਜ ਹੋ ਗਏ ਇਹਦੇ ਨਾਲ। ਸਰੀ RCMP ਦੇ ਹੁਣ ਇਹ ਜਿਹੜੀ ਉਹਨਾਂ ਦੀ ਜਿਹੜੀ ਸਮਝ ਇਹ ਕਹਿ ਰਹੀ ਆ ਕਿ ਇਹਨੂੰ ਜਾਣ ਬੁੱਝ ਕੇ ਅੱਗ ਲਾਈ ਗਈ ਆ। ਉਹ ਕਹਿੰਦੇ ਇਨਸੀਡੈਂਟ ਟਾਰਗੇਟਡ ਲੱਗਦਾ ਆ। ਮੋਟਿਵ ਹਜੇ ਤੱਕ ਪਤਾ ਨਹੀਂ ਲੱਗਿਆ ਗਿਆ ਕਿ ਇਹਦੇ ਪਿੱਛੇ ਮਕਸਦ ਕੀ ਆ, ਕਿਉਂ ਇਹਨੂੰ ਅੱਗ ਲਾਈ ਗਈ ਆ। ਨਾ ਹੀ ਉਹਨਾਂ ਵਹੀਕਲਸ ਦੇ ਓਨਰ ਨੂੰ ਪੁਲਿਸ ਜਾਣਦੀ ਆ, ਕਿਹਦੇ ਮਾਲਕ ਪਾਉਣਾ ਇਹਦੇ ਬਾਰੇ ਵੀ ਕੁਛ ਨਹੀਂ ਪਤਾ। ਤੇ ਇਨਵੈਸਟੀਗੇਸ਼ਨ ਇਸ ਵੇਲੇ ਕਰ ਰਹੀ ਆ ਕਿ ਜਦੋਂ ਉਹਦੀ ਵੀਡੀਓ ਫੁਟੇਜ ਉਸ ਇਲਾਕੇ ਦੀ ਉਹਨਾਂ ਨੇ ਕੱਢੀ ਆ ਤਾਂ ਉਹ ਕਹਿੰਦੇ 2 ਜਣੇ ਇੱਥੇ ਆਏ ਆ, ਤੁਰ ਕੇ ਆਏ ਆ। ਤੇ ਜਦੋਂ ਉਹ ਨਾਰਥ ਬਾਉਂਡ ਵਾਲੇ ਪਾਸੇ ਬਾਅਦ ਦੇ ਵਿੱਚ ਗਏ ਆ 101 ਐਵੀਨਿਊ ਵੱਲ ਨੂੰ, ਤੇ ਉਹਨਾਂ ਦੇ ਵਿੱਚੋਂ ਇੱਕ ਕਹਿੰਦੇ ਉਹਨੂੰ ਵੀ ਅੱਗ ਲੱਗੀ ਹੈ ਵਿਅਕਤੀ ਨੂੰ, ਤੇ ਕੁਦਰਤੀ ਤੌਰ 'ਤੇ ਉਹ ਜ਼ਖਮੀ ਵੀ ਹੋਇਆ ਹੋਊਗਾ। ਕਿਸੇ ਕੋਲ ਇਸ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ 11 ਮਾਰਚ ਨੂੰ ਤੜਕੇ ਪੌਣੇ 3 ਵਜੇ ਦੇ ਕਰੀਬ ਗਿਲਫਰਡ ਇਲਾਕੇ ਦੇ ਵਿੱਚ ਵਾਪਰੀ ਇਸ ਘਟਨਾ ਬਾਰੇ, ਤਾਂ ਸਰੀ RCMP ਨੂੰ 604 599 0502 ਦੇ ਉੱਤੇ ਕੰਟੈਕਟ ਕਰੇ। ਤੇ ਜੇ ਚਾਹੁੰਦੇ ਹੋ ਕਿ ਤੁਹਾਡਾ ਨਾਂ ਨਾ ਪਤਾ ਲੱਗੇ, ਅਨੋਨੀਮਸ ਰਹਿਣਾ ਚਾਹੁੰਦੇ ਹੋ, ਤਾਂ ਤੁਸੀਂ 1-800-222-8477 ਇਸ ਨੰਬਰ ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਸਰੀ ਪੁਲਿਸ ਸਰਵਿਸ ਟ੍ਰਾਂਜੀਸ਼ਨ ਹੋ ਰਹੀ ਹੈ, ਇਹਦੇ ਬਾਰੇ ਕਾਫੀ ਵਾਦ ਵਿਵਾਦ ਆ। 4 ਸਾਲ ਪਹਿਲਾਂ ਜਦੋਂ ਇਲੈਕਸ਼ਨ ਹੋਈ ਸੀ ਉਸ ਵੇਲੇ ਵੀ ਇੱਕ ਵੱਡਾ ਮੁੱਦਾ ਸੀ ਤੇ ਹਜੇ ਤੱਕ ਇਹ ਮੁੱਦਾ ਉਸੇ ਤਰ੍ਹਾਂ ਚੱਲਦਾ ਆ ਰਿਹਾ। ਪਰ ਇਹਦੇ ਨਾਲ ਸਰੀ ਪੁਲਿਸ ਸਰਵਿਸ ਕਹਿ ਰਹੀ ਹੈ ਕਿ ਉਹ ਲਗਾਤਾਰ ਉਸ ਗੱਲ ਦੇ ਉੱਤੇ ਫੋਕਸ ਕਰ ਰਿਹਾ ਕਿ ਉਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਹੋਰ ਕਿੱਦਾਂ ਰੱਖਣਾ ਹੈ ਤੇ ਕਿਹੜੇ ਮੁਲਾਜ਼ਮ ਆਉਣਗੇ, ਜਿਹੜੇ ਮੁਲਾਜ਼ਮ ਆਉਣਗੇ ਉਹਨਾਂ ਦੇ ਵਿੱਚੋਂ ਜਿਹੜੀ ਡਾਈਵਰਸਿਟੀ ਦਾ ਪਤਾ ਲੱਗੇ ਕਿ ਸਰੀ ਦੇ ਵਿੱਚ ਵੱਖ-ਵੱਖ ਕੌਮਾਂ ਦੇ, ਧਰਮਾਂ ਦੇ ਜਾਂ ਖਿੱਤਿਆਂ ਤੋਂ ਆਏ ਲੋਕ ਰਹਿੰਦੇ ਆ। ਘੱਟੋ ਘੱਟ ਜਿਹੜੀ ਸਰੀ ਪੁਲਿਸ ਸਰਵਿਸ ਹੋਵੇ ਇਹਦੇ ਵਿੱਚ ਉਹ ਸਾਰਿਆਂ ਦੀ ਰਿਪਰੈਜ਼ੈਂਟੇਸ਼ਨ ਹੋਵੇ। ਸੋ ਹੁਣ ਤੱਕ 209 ਆਫੀਸਰ ਤੇ ਸਿਵਿਲੀਅਨ EMPLOYE ਉਹਨਾਂ ਨੇ ਹਾਇਰ ਕੀਤੇ ਆ, ਜਿਨ੍ਹਾਂ ਦੇ ਵਿੱਚ 40% ਕਲਚਰਲੀ ਡਾਈਵਰਸ ਬੈਕਗਰਾਊਂਡਸ ਤੋਂ ਆ ਰਹੇ ਆ। ਵੱਖ-ਵੱਖ ਕਲਚਰਸ ਤੋਂ ਇਹ ਲੋਕ ਆ ਰਹੇ, 40%, ਲਗਭਗ ਅੱਧੇ ਤੋਂ ਥੋੜ੍ਹੇ ਜਿਹੇ ਘੱਟ। ਸਰੀ ਪੁਲਿਸ ਸਰਵਿਸ ਇਸ ਵੇਲੇ ਇਹ ਵੀ ਦੇਖ ਰਹੀ ਆ ਕਿ ਇਹਦੇ ਵਿੱਚ ਔਰਤਾਂ ਦੀ ਬੜੀ ਸਟਰੋਂਗ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ ਤਾਂ ਕਿ ਫੈਮਿਲੀ ਦੇ ਉੱਤੇ ਫੋਕਸ ਹੋਵੇ। ਸੋ ਇਸ ਵੇਲੇ ਦੱਸ ਰਹੇ ਆ ਕਿ 26% ਸਰੀ ਪੁਲਿਸ ਸਰਵਿਸ ਦੇ ਵਿੱਚ ਔਰਤਾਂ ਹਾਇਰ ਕੀਤੀਆਂ ਗਈਆਂ। ਸੋ ਇਸ ਜਿਹੜੀ ਕਮਿਊਨਿਟੀ ਪੁਲਿਸਿੰਗ ਬਿਊਰੋ ਆ ਤੇ ਉਹਦੇ ਵਿੱਚ ਕਾਂਸਟੇਬਲ, ਸਾਰਜੈਂਟ ਰੈਂਕਸ ਦੇ ਵੀ ਲਗਾਤਾਰ ਭਰਤੀ ਕੀਤੇ ਜਾ ਰਹੇ ਆ। ਤੇ ਇਸ ਸਮੇਂ ਦੇ ਵਿੱਚ
ਹੁਣ ਉਹਨਾਂ ਦੀ ਕਲਾਸਿਸ ਜਿਹੜੀਆਂ ਚੱਲ ਰਹੀਆਂ ਆ। ਹੁਣ ਐਕਸਪੀਰੀਅੰਸਡ ਆਫਿਸਰ ਨੂੰ ਵੀ ਉਹ ਹਾਇਰ ਕਰ ਰਹੇ ਆ ਅਗਸਤ ਤੇ ਸਤੰਬਰ ਦੀਆਂ ਔਨਬੋਰਡਿੰਗ ਕਲਾਸਿਸ ਦੇ ਲਈ, ਤੇ ਜਿਹੜੇ ਇਹਨੂੰ ਬਿਲਡ ਕਰਨਗੇ ਹੌਲੀ ਹੌਲੀ। ਪਿਛਲੇ ਹਫ਼ਤੇ ਸਰੀ ਪੁਲਿਸ ਚੀਫ ਕਾਂਸਟੇਬਲ ਨੋਮ ਲਿਪਿੰਸਕੀ ਨੇ 24 ਐਕਸਪੀਰੀਅੰਸ ਜਿਹੜੇ ਤਜਰਬੇਕਾਰ ਅਫਸਰ ਸੀਗੇ ਉਹਨਾਂ ਦੀ ਗ੍ਰੈਜੂਏਸ਼ਨ ਸਰਟੀਫਿਕੇਟ ਦੇ ਨਾਲ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਸੀਗਾ, ਜਿਨ੍ਹਾਂ ਨੇ ਪਿੱਛੇ ਜੇ ਆਪਣੀ ਔਨਬੋਰਡਿੰਗ ਟ੍ਰੇਨਿੰਗ ਖਤਮ ਕੀਤੀ ਹੈ। ਇਹ ਆਫਿਸਰ ਜਿਹੜੇ ਸਰੀ ਦੇ ਵਿੱਚ ਨੇ ਇਹ ਇੱਕ ਡਾਈਵਰਸ ਬੈਕਗਰਾਊਂਡਸ ਤੋਂ ਆ ਰਹੇ ਆ, ਤੇ ਇਹ ਵੀ ਪਿੱਛੇ ਜੇ ਤੁਹਾਨੂੰ ਪਤਾ ਲੱਗਿਆ ਸੀ ਕਿ ਜਿਹੜਾ ਪਹਿਲਾ ਕਲੈਕਟਿਵ ਐਗਰੀਮੈਂਟ ਆ ਉਹ ਬਣਾ ਲਿਆ ਗਿਆ ਸੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ। ਸਰੀ ਪੁਲਿਸ ਬੋਰਡ ਤੇ ਸਰੀ ਪੁਲਿਸ ਯੂਨੀਅਨ ਇਹਨਾਂ ਦੇ ਵਿੱਚ ਜਿਹੜਾ ਕਲੈਕਟਿਵ ਐਗਰੀਮੈਂਟ ਆ ਉਹ ਸਾਈਨ ਕੀਤਾ ਗਿਆ ਸੀ, ਤੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਵੀ ਮੁਲਾਜ਼ਮ, ਹੋਰ ਜਿਹੜੇ ਵੀ ਪੁਲਿਸ ਆਫਿਸਰ ਭਰਤੀ ਕੀਤੇ ਆ ਉਹਨਾਂ ਦੇ ਨਾਲ ਇਸੇ ਤਰ੍ਹਾਂ ਰਹੂਗਾ। ਤੇ ਕਲੈਕਟਿਵ ਐਗਰੀਮੈਂਟ ਜਿਹੜਾ ਆ ਇਹ ਇਨਫੈਕਟ ਹੋਊਗਾ ਦਸੰਬਰ 31, 2024 ਤੋਂ, ਤੇ ਜਿਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੀਗੀਆਂ। ਇਹਦੀਆਂ ਹਾਈਲਾਈਟਸ ਆਨਲਾਈਨ ਵੀ ਉਹਨਾਂ ਨੇ ਪਾਈਆਂ ਸੀ ਕਿ ਐਗਰੀਮੈਂਟ ਸਰੀ ਪੁਲਿਸ ਦੀ ਯੂਨੀਅਨ ਤੇ ਬੋਰਡ ਦੇ ਵਿਚਕਾਰ ਜਿਹੜਾ ਹੋਇਆ ਉਹਦੀਆਂ ਡਿਟੇਲਸ ਕੀ ਆ। ਸੋ ਲਗਾਤਾਰ ਸਰੀ ਪੁਲਿਸ ਸਰਵਿਸ ਜਿਹੜੀ ਆ ਉਹ ਆਪਣਾ ਕੰਮਕਾਰ ਸੰਭਾਲ ਰਹੀ ਆ, ਤੇ ਇਹਦੇ ਨਾਲ ਨਾਲ ਹੀ ਜਿਹੜੀਆਂ ਗੱਲਾਂ ਬਾਤਾਂ ਟ੍ਰਾਂਜੀਸ਼ਨ ਦੀਆਂ ਵੀ ਚੱਲ ਰਹੀਆਂ। ਕੁਛ ਜਿਹੜੇ ਮੇਅਰ ਦੇ ਕੈਂਡੀਡੇਟ ਨੇ ਸਰੀ ਦੇ ਵਿੱਚ ਉਹ ਕਹਿ ਰਹੇ ਆ ਕਿ ਜੇ ਕਿਤੇ ਸਾਨੂੰ ਵੋਟਾਂ ਜ਼ਿਆਦਾ ਪੈ ਗਈਆਂ ਤੇ ਜੇ ਸਾਡੀ ਕੌਂਸਲ ਦੇ ਵਿੱਚ ਮੈਜੋਰਿਟੀ ਹੋਈ ਅਸੀਂ ਇਹ ਟ੍ਰਾਂਜੀਸ਼ਨ ਨੂੰ ਰੋਕ ਦੇਵਾਂਗੇ, ਇਹ ਠੀਕ ਨਹੀਂ ਆ। ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਕਿ ਕੋਵਿਡ-19 ਦਾ ਟੈਸਟ ਹਟ ਗਿਆ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੁਣ ਮਾਸਕ ਵੀ ਹਟ ਚੁੱਕਿਆ। BC ਦੇ ਵਿੱਚ, ਇਸੇ ਤਰ੍ਹਾਂ ਓਨਟਾਰੀਓ ਦੇ ਵਿੱਚ ਵੀ ਮਾਸਕ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਨਹੀਂ ਰਹੀ। ਟਾਪ ਡਾਕਟਰਸ ਨੂੰ ਪੁੱਛਿਆ ਜਾ ਰਿਹਾ ਕਿ ਕੀ ਤੁਸੀਂ ਮਾਸਕ ਪਾਓਗੇ ਜਦੋਂ ਹੁਣ 21 ਮਾਰਚ ਤੋਂ ਇਹ ਮਾਸਕ ਮੈਂਡੇਟ ਐਂਡ ਹੋ ਜਾਣਾ, ਤਾਂ ਵੀ ਕੀ ਤੁਸੀਂ ਮਾਸਕ ਪਾਓਗੇ? ਰਲਿਆ ਮਿਲਿਆ ਜਾਂ ਲੋਕਾਂ ਨੇ ਗੱਲਬਾਤ ਦੱਸੀ ਆ। ਇੱਕ ਸਰਵੇ ਕੀਤਾ, ਜਿਹੜੇ 34 ਲੋਕਲ ਮੈਡੀਕਲ ਆਫਿਸਰ ਸੀਗੇ ਉਹਨਾਂ ਨੂੰ ਪੁੱਛਿਆ ਗਿਆ ਟੋਰਾਂਟੋ ਦੇ ਵਿੱਚ ਕਿ ਤੇ ਉਹਦੇ ਆਲੇ ਦੁਆਲੇ ਕਿ ਤੁਸੀਂ ਜਿਹੜਾ ਕਿਸ ਤਰੀਕੇ ਦੇ ਨਾਲ ਇਹਨੂੰ ਰੱਖੋਗੇ। ਕੁਛ ਲੋਕ ਕਹਿੰਦੇ ਆ ਵੀ ਅਸੀਂ ਸਿਚੁਏਸ਼ਨ ਦੇਖਾਂਗੇ। ਸੋ ਜੇ ਸਰਕਾਰ ਨੇ ਕਹਿ ਦਿੱਤਾ ਕਿ ਮਾਸਕ ਹੋਣਾ ਜ਼ਰੂਰੀ ਨਹੀਂ, ਤੇ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਮਾਸਕ ਪਾਉਣਾ ਹੀ ਨਹੀਂ। ਮਾਸਕ ਪਾਇਆ ਜਾ ਸਕਦਾ, ਆਪਣੀ ਸਿਚੁਏਸ਼ਨ ਦੇਖ ਕੇ ਆਪਣਾ ਫੈਸਲਾ ਲਿਆ ਜਾ ਸਕਦਾ। ਕੋਵਿਡ-19 ਮੈਂਡੇਟ ਦਾ ਜਿਹੜਾ ਅਗਲੇ ਮੰਡੇ ਤੋਂ ਮਤਲਬ ਇਹ ਚੋਇਸ ਹੋ ਜਾਣੀ ਆ ਤੁਹਾਡੀ। ਕੁਛ ਜਿਹੜੀਆਂ ਥਾਵਾਂ ਹੋਣਗੀਆਂ ਜਿੱਦਾਂ ਪਬਲਿਕ ਟਰਾਂਜ਼ਿਟ ਆ, ਲੌਂਗ ਟਰਮ ਕੇਅਰ ਆ, ਜਿੱਥੇ ਇਹ ਅਪ੍ਰੈਲ 27 ਤੱਕ ਰਹਿਣਗੇ। ਤੇ ਪ੍ਰੋਵਿੰਸ਼ੀਅਲ ਮੈਡੀਕਲ ਆਫਿਸਰ ਉੱਥੇ ਦੇ ਉਹ ਦੱਸ ਰਹੇ ਆ, ਇੱਕ ਨਿਊਜ਼ ਕਾਨਫਰੰਸ ਉਹਨਾਂ ਨੇ ਪਿਛਲੇ ਹਫ਼ਤੇ ਕੀਤੀ ਸੀ, ਉਹਦੇ ਵਿੱਚ ਦੱਸਿਆ ਕਿ ਹੌਸਪੀਟਲਾਈਜੇਸ਼ਨ ICU ਐਡਮਿਸ਼ਨ ਜਿਹੜੀ ਆ ਸਟੇਬਲ ਆ ਜਾਂ ਘਟ ਰਹੀ ਆ, ਤੇ ਕੁਛ ਕੇਸਿਸ ਕੁਛ ਜਿਹੜੇ ਯੂਰਪੀਅਨ ਕੰਟਰੀਜ਼ ਦੇ ਵਿੱਚ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਵੱਧ ਰਹੇ ਆ, ਉਹਦੇ ਨਾਲ ਥੋੜ੍ਹੀ ਜਿਹੀ ਚਿੰਤਾ ਵੀ ਹੋ ਰਹੀ ਆ। ਤੇ ਪਰ ਲੋਕ ਇਹਦੇ ਬਾਰੇ ਜਿਹੜੇ ਡਾਕਟਰਸ ਨੇ ਉਹ ਇਹ ਕਹਿ ਰਹੇ ਆ ਕਿ ਅਸੀਂ, ਬਹੁਤੇ ਡਾਕਟਰ ਕਹਿ ਰਹੇ ਆ ਕਿ ਅਸੀਂ ਅਜੇ ਵੀ ਮਾਸਕ ਪਾਵਾਂਗੇ ਭਾਵੇਂ ਕਿ ਸਰਕਾਰ ਨੇ ਇਹਨੂੰ ਹਟਾ ਦਿੱਤਾ ਆ। ਓਨਟਾਰੀਓ ਦੇ ਵਿੱਚ 13% ਜਿਹੜੇ ਹਾਈਐਸਟ ਸੀਗੇ ਇਹ ਪੋਜ਼ੀਟਿਵਿਟੀ ਪਿਛਲੇ ਸਮੇਂ ਦੀ। ਤੇ ਪ੍ਰੋਵਿੰਸ ਵਾਈਡ ਜਿਹੜਾ ਕੋਵਿਡ ਵੇਸਟ ਵਾਟਰ ਸਿਗਨਲ ਆ ਉਹ ਵੀ ਜਿਹੜਾ ਅਪਵਰਡ ਥੋੜ੍ਹਾ ਜਿਹਾ ਵਧਿਆ ਆ। ਓਨਟਾਰੀਓ ਦੀ ਮੈਸਿਕ ਮਾਸਕਿੰਗ ਚੇਂਜ ਦੇ ਵਿੱਚ ਬਹੁਤ ਸਾਰੇ ਮੈਡੀਕਲ ਆਫਿਸਰ ਇਹਦੇ ਬਾਰੇ ਆਪਣੀ ਰਾਏ ਦੇ ਰਹੇ ਆ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਕਿਹਾ ਸੀ ਮੰਗਲਵਾਰ ਨੂੰ, ਉਹਨਾਂ ਨੇ ਪਰਸੋਂ ਕਿਹਾ ਸੀ ਕਿ ਮੈਂ ਮਾਸਕ ਅਜੇ ਲੈਜਿਸਲੇਚਰ ਦੇ ਵਿੱਚ ਪਾਊਂਗਾ ਕੁਛ ਸ਼ੁਰੂ ਦੇ ਹਫ਼ਤਿਆਂ ਦੇ ਲਈ, ਭਾਵੇਂ ਕਿ ਇਹਦੀ ਰਿਕੁਆਇਰਮੈਂਟ ਜਿਹੜੀ ਆ ਹੁਣ ਨਹੀਂ ਰਹੀ। ਸੋ ਕੁਛ ਜਿਹੜੇ ਡਾਕਟਰ ਆ ਉਹ ਕਹਿ ਰਹੇ ਕਿ ਜੇ ਸਿਚੁਏਸ਼ਨ ਦੇਖਾਂਗੇ ਅਸੀਂ, ਕਿ ਜੇ ਸਿਚੁਏਸ਼ਨ ਸਾਨੂੰ ਲੱਗਦੀ ਆ ਤਾਂ ਅਸੀਂ ਮਾਸਕ ਪਾਵਾਂਗੇ। ਕੁਛ ਕਹਿ ਰਹੇ ਆ ਕਿ ਅਸੀਂ ਨਹੀਂ ਪਾਵਾਂਗੇ। ਇੱਕ ਰਲਿਆ ਮਿਲਿਆ ਜਿਹਾ ਰਿਸਪੌਂਸ ਲੋਕਾਂ ਦਾ ਆ ਰਿਹਾ। ਤੇ ਗੱਲ ਇਹ ਆ ਕਿ ਭਾਵੇਂ ਮਾਸਕ ਮੈਂਡੇਟ ਖਤਮ ਹੋ ਜਾਣਾ, ਇਹਦੇ ਬਾਵਜੂਦ ਵੀ ਜਿਹੜੇ ਕੁਛ ਲੋਕ ਆ ਉਹ ਮਾਸਕ ਪਾਉਣਾ ਜਾਰੀ ਰੱਖਣਗੇ, ਕਿਉਂਕਿ ਕੋਵਿਡ ਹਜੇ ਖਤਮ ਨਹੀਂ ਹੋਇਆ। ਆਪਣਾ ਵਿਚਾਰ ਰੱਖਿਆ ਜਾ ਸਕਦਾ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਦੋਸਤੋ ਅਸੀਂ ਗੱਲਬਾਤ ਕਰਨੀ ਆ ਪਰਮਿੰਦਰ ਥਿੰਦ ਹੋਣਾ ਨਾਲ। ਆਪਾਂ ਉਹਨਾਂ ਨਾਲ ਹੁਣੇ ਗੱਲਬਾਤ ਕਰਦੇ ਹਾਂ ਜਿਹੜੀ ਇੰਸ਼ੋਰੈਂਸ ਸੰਬੰਧੀ, ਤੇ ਉਹਨਾਂ ਤੋਂ ਬਾਅਦ ਆਪਾਂ ਜਾਣਾ ਸੁਖੀ ਬਾਠ ਹੋਣਾ ਕੋਲ ਪੰਜਾਬ ਭਵਨ ਦੇ ਵਿੱਚ ਕੀ ਕੀ ਸਰਗਰਮੀਆਂ ਹੋ ਰਹੀਆਂ, ਤੇ ਖਾਸ ਕਰਕੇ 19 ਮਾਰਚ ਦੇ ਪ੍ਰੋਗਰਾਮ ਬਾਰੇ। ਜਿੱਦਾਂ ਜਿੱਦਾਂ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਹਟ ਰਹੀਆਂ, ਲੋਕਾਂ ਦਾ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਆਉਣਾ ਜਾਣਾ ਵੱਧ ਰਿਹਾ। ਇੰਡੀਆ ਤੋਂ, ਪੰਜਾਬ ਤੋਂ ਬਹੁਤ ਸਾਰੇ ਲੋਕ ਇੱਥੇ ਆ ਰਹੇ ਆ। ਇੱਥੇ ਆਉਣ ਵੇਲੇ ਜਿਹੜੇ ਲੋਕ ਸੁਪਰ ਵੀਜ਼ੇ 'ਤੇ ਨੇ ਜਾਂ ਜਿਹੜੇ ਟੂਰਿਸਟ ਆ ਰਹੇ ਆ, ਉਹਨਾਂ ਨੂੰ ਖਾਸ ਤਰ੍ਹਾਂ ਦੇ ਇੰਸ਼ੋਰੈਂਸ ਦੀ ਲੋੜ ਹੁੰਦੀ ਆ।
ਉਸ ਇੰਸ਼ੋਰੈਂਸ ਸੰਬੰਧੀ ਸਾਡੇ ਬਹੁਤ ਸਾਰੇ ਸਵਾਲ ਹੁੰਦੇ ਆ। ਇੱਕ ਜਿਹੜਾ ਸੁਪਰ ਵੀਜ਼ੇ ਸੰਬੰਧੀ ਇਹ ਸਵਾਲ ਆ ਕਿ ਜੇ ਕਿਸੇ ਨੇ ਉਹ ਇੰਸ਼ੋਰੈਂਸ ਲੈ ਲਿਆ, ਮੁੜ ਕੇ ਉਹ ਇੱਥੇ ਆਉਣ ਦਾ ਮਨ ਬਦਲ ਗਿਆ, ਜਾਂ ਉਹ ਥੋੜ੍ਹਾ ਚਿਰ ਰਹਿ ਕੇ ਚਲੇ ਗਏ, ਜਾਂ ਉਹਨਾਂ ਨੇ ਆਪਣੀ ਪੋਲਿਸੀ ਕੈਂਸਲ ਕਰਵਾਉਣੀ ਆ, ਉਹਦਾ ਫਿਰ ਕੀ ਕੀਤਾ ਜਾਂਦਾ? ਇਹ ਜਾਣਕਾਰੀ ਲੈਣ ਦੇ ਲਈ ਅਸੀਂ ਪਹੁੰਚੇ ਹਾਂ ਥਿੰਕ ਇੰਸ਼ੋਰੈਂਸ ਤੇ ਪਰਮਿੰਦਰ ਥਿੰਦ ਹੋਣਾ ਕੋਲ। ਥਿੰਦ ਸਾਹਿਬ, ਪੂਰਾ ਸਮਾਂ ਨਹੀਂ ਰਹੇ, ਮਨ ਬਦਲ ਗਿਆ, ਵਿੱਚ ਚਲੇ ਗਏ, ਪੈਸੇ ਵਾਪਸ ਹੋ ਜਾਂਦੇ ਆ ਸੁਪਰ ਵੀਜ਼ੇ ਦੇ ਇੰਸ਼ੋਰੈਂਸ 'ਚ? ਹਾਂਜੀ ਬਿਲਕੁਲ ਜੀ, ਆਪਸ਼ਨਾਂ ਅਵੇਲੇਬਲ ਨੇ। ਇਹ ਹੈ ਵੀ ਹਰੇਕ ਚੀਜ਼ ਜ਼ਰੂਰਤਾਂ ਦੇ ਹਿਸਾਬ ਨਾਲ ਜਦੋਂ ਆਪਾਂ ਚੀਜ਼ ਲੈਂਦੇ ਹਾਂ, ਪਹਿਲਾਂ ਦੱਸ ਕੇ ਵੀ ਸਾਡੀ ਅਸੀਂ ਉਹਨਾਂ ਨੇ ਰਹਿਣਾ ਜਾਂ ਨਹੀਂ ਰਹਿਣਾ, ਜੇ ਸਾਡਾ ਅਸੀਂ ਸਿਰਫ ਵੀਜ਼ਾ ਲਵਾਉਣਾ, ਕਈ ਵਾਰੀ ਇੱਦਾਂ ਹੀ ਹੁੰਦਾ ਸਾਡਾ ਵੀਜ਼ਾ ਲਵਾਉਣ ਤੱਕ ਹੀ ਮਕਸਦ ਹੁੰਦਾ, ਉਸ ਤੋਂ ਬਾਅਦ ਵੀ ਦੇਖਣਾ ਵੀ ਉਹਨਾਂ ਨੇ ਆਉਣਾ ਜਾਂ ਇੱਕ ਜਣੇ ਨੇ ਆਉਣਾ, ਕਈ ਵਾਰੀ ਮਨ ਚੇਂਜ ਹੋ ਜਾਂਦਾ। ਬਿਲਕੁਲ ਪੋਲਿਸੀ ਕੈਂਸਲ ਹੋ ਸਕਦੀ ਹੈ ਜੇ ਕਿਸੇ ਨੇ ਇਹ ਨਹੀਂ ਵੀ ਆਪਾਂ ਬੱਝ ਨਹੀਂ ਗਏ ਵੀ ਪੋਲਿਸੀ ਕੈਂਸਲ ਕਰਨੀ ਹੈ। ਉਸ ਤੋਂ ਬਾਅਦ ਜੇ ਆ ਵੀ ਗਏ, ਜਾਂ ਕਈ ਵਾਰੀ ਆਉਣ ਤੋਂ ਪਹਿਲਾਂ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ, ਵੀਜ਼ਾ ਡਿਨਾਈ ਵੀ ਹੋ ਜਾਂਦਾ, ਫਿਰ ਵੀ 100% ਮਨੀ ਬੈਕ ਹੋ ਜੂਗੀ। ਹੁਣ ਉਸ ਤੋਂ ਬਾਅਦ ਉਹਨਾਂ ਦਾ ਵੀਜ਼ਾ ਲੱਗ ਗਿਆ, ਹੁਣ ਨਹੀਂ ਆਉਣਾ, ਫਿਰ ਵੀ ਪੋਲਿਸੀ ਕੈਂਸਲ ਕਰਵਾ ਸਕਦੇ ਨੇ। ਇੱਕ ਤਾਂ ਇਹ ਹੋ ਗਿਆ। ਹੁਣ ਜੇ ਆ ਗਏ, ਆਉਣ ਤੋਂ ਬਾਅਦ ਇਹ ਹੈ ਵੀ ਕਈਆਂ ਕੰਪਨੀ ਦੇ ਆਉਣ ਤੋਂ ਪਹਿਲਾਂ ਜੇ ਆਪਾਂ ਨਿਰਧਾਰਿਤ ਇੱਕ ਤਰੀਕ ਰੱਖ ਦਿੰਦੇ, ਉਹ ਤਰੀਕ ਤੱਕ ਨਹੀਂ ਆਉਂਦੇ, ਫਿਰ ਆਪਾਂ ਡੇਟ ਚੇਂਜ ਕਰਦੇ, ਉਹਨਾਂ ਦੇ ਪੈਸੇ ਲੈਂਦੇ ਨੇ। ਇਹ ਹੈ ਵੀ ਆਉਣ ਤੋਂ ਪਹਿਲਾਂ ਆ ਵੀ ਖਿਆਲ ਰੱਖੋ ਵੀ ਕਈ ਕੰਪਨੀਆਂ ਪੈਸੇ ਚਾਰਜ ਕਰਦੀਆਂ, ਕਈ ਕਵਰੇਜ ਉਹ ਫ੍ਰੀ 'ਚ ਡੇਟ ਚੇਂਜ ਕਰ ਦਿੰਦੀਆਂ, ਕਿਉਂਕਿ ਇਹ ਹੈ ਵੀ ਪਹਿਲਾਂ ਇਕੱਲੇ ਅਸੀਂ ਪ੍ਰਾਈਸ ਹੀ ਦੇਖਦੇ ਹਾਂ, ਉਸ ਤੋਂ ਬਾਅਦ ਬਾਕੀ ਚੀਜ਼ਾਂ ਨਹੀਂ ਦੇਖਦੇ ਵੀ ਉਹਦਾ ਹੋਰ ਕੀ ਪੈਸੇ ਲੱਗਣੇ ਨਾਲ। ਜਦੋਂ ਡੇਟ ਚੇਂਜ ਕਰਦੇ ਹਾਂ, ਕਈਆਂ ਦੇ ਪੈਸੇ ਲੱਗਦੇ ਨੇ। ਫਿਰ ਉਸ ਤੋਂ ਬਾਅਦ ਹੈ ਜੇ ਵਿੱਚੋਂ ਉੱਠ ਕੇ ਇਹ ਹੈ ਵੀ ਉਹਨਾਂ ਨੇ 3 ਮਹੀਨੇ ਰਹੇ, ਵਾਪਸ ਉੱਠ ਗਏ, ਇਹ ਹੈ ਵੀ ਬਾਕੀ ਪੈਸੇ ਵੀ ਪ੍ਰੋ ਰੇਟਡ ਵਾਪਸ ਹੋ ਜਾਣਗੇ। ਫਿਰ ਉੱਥੇ ਫਿਰ ਕਈ ਕੰਪਨੀ ਚਾਰਜ ਕਰਦੀਆਂ ਨੇ, ਕਈ ਬਿਲਕੁਲ ਕੋਈ ਚਾਰਜ ਨਹੀਂ ਕਰਦੀਆਂ। ਇਹ ਹੈ ਵੀ ਜੇ ਕਈ ਇਹ ਹੈ ਕਲੇਮ ਉਹਨਾਂ ਨੇ ਪੈਸੇ ਤਾਂ ਵਾਪਸ ਕਰਨੇ ਜੇ ਕਲੇਮ ਪੋਲਿਸੀ 'ਤੇ ਨਹੀਂ ਕੋਈ ਹੈਗਾ। ਜੇ ਪੋਲਿਸੀ 'ਤੇ ਕਲੇਮ ਹੈਗਾ, ਫਿਰ ਪੈਸੇ ਨਹੀਂ ਮਿਲਣੇ ਜੀ। ਇਹ ਸੁਪਰ ਵੀਜ਼ਾ ਕਿਸੇ ਦੇ ਵੀ, ਜਾਂ ਭਾਵੇਂ ਵਿਜ਼ਟਰ ਵੀਜ਼ਾ ਵੀ ਹੈਗੇ ਨੇ, ਜੇ ਜਿੰਨਾ ਚਿਰ ਰਹੇ, ਜੇ ਐਗਜ਼ਾਮਪਲ ਜੇ ਕਿਸੇ ਨੇ ਵਿਜ਼ਟਰ 6 ਮਹੀਨੇ ਆਉਣਾ ਸੀਗਾ, 3 ਮਹੀਨੇ ਰਹਿ ਕੇ ਮਨ ਚੇਂਜ ਹੋ ਗਿਆ, ਉਹਨਾਂ ਦਾ ਵਾਪਸ ਐਮਰਜੈਂਸੀ ਜਾਣਾ ਪੈ ਗਿਆ ਜਾਂ ਹੋ ਗਿਆ, ਬਿਲਕੁਲ ਜੇ ਕਲੇਮ ਨਹੀਂ ਹੈਗਾ ਪੋਲਿਸੀ 'ਤੇ, ਫਿਰ ਪੈਸੇ ਨੇ ਬਿਲਕੁਲ ਮੁੜ ਜਾਣਗੇ। ਜੇ ਕਲੇਮ ਹੈਗਾ ਤਾਂ ਪੈਸੇ ਨਹੀਂ ਮੁੜਨੇ ਜੀ। ਮੰਨ ਲਓ ਸੁਪਰ ਵੀਜ਼ਾ ਕਿਸੇ ਨੇ ਸਾਲ ਦਾ ਪਹਿਲਾਂ ਇੰਸ਼ੋਰੈਂਸ ਪੇ ਕਰ ਦਿੱਤਾ, ਆਏ ਮਹੀਨੇ ਬਾਅਦ ਉਹ ਇੱਥੇ ਕੋਈ ਪ੍ਰੋਬਲਮ ਪੈ ਗਈ, ਸਿੱਕ ਹੋ ਗਏ, ਹੁਣ ਉਹਦੇ ਤੋਂ ਬਾਅਦ ਉਹਨਾਂ ਨੇ ਇੱਥੇ ਕਲੇਮ ਕਰ ਲਿਆ, ਅਤੇ ਬਾਅਦ ਦੇ ਵਿੱਚ ਉਹਨਾਂ ਦਾ ਇਰਾਦਾ ਹੈ ਕਿ ਅਸੀਂ ਹੁਣ ਅਗਲੇ ਮਹੀਨੇ ਵਾਪਸ ਚਲੇ ਜਾਣਾ, ਜਿਹੜੇ 10 ਮਹੀਨੇ ਦੇ ਬਚ ਗਏ ਉਹਨਾਂ ਦਾ ਕੁਛ ਹੁੰਦਾ ਕਿ ਨਹੀਂ? ਹਾਂਜੀ ਨਹੀਂ, ਬਿਲਕੁਲ ਉਹ ਪੈਸੇ ਨਹੀਂ ਮੁੜਨੇ ਜੀ 10 ਮਹੀਨਿਆਂ ਦੇ। ਪਰ ਅਸੀਂ ਇਹ ਦੇਖਣਾ ਜਦੋਂ ਕਲੇਮ ਦੇ ਟਾਈਮ ਕਲੇਮ ਕਿੰਨੀ ਅਮਾਊਂਟ ਦਾ ਸੀ। ਜੇ ਕਲੇਮ ਛੋਟਾ, ਜੇ ਸਿੰਪਲ ਆਪਾਂ ਵਾਕ ਇਨ ਕਲੀਨਿਕ 'ਤੇ ਗਏ ਹਾਂ, ਜਾਂ ਕਾਊਂਟਰ ਦਵਾਈਆਂ ਲਈਆਂ, ਜਾਂ $100-150 ਦੀਆਂ ਦਵਾਈਆਂ ਨੇ, ਸਾਨੂੰ ਪਤਾ ਸਾਡਾ ਮੁੜ ਕੇ $800 ਆਉਣਾ। ਜੇ ਅਸੀਂ $200 ਦਾ ਕਲੇਮ, ਫਿਰ ਅਸੀਂ ਉਹ ਕਲੇਮ ਓਪਨ ਕਰਨ ਦੀ ਲੋੜ ਨਹੀਂ। ਫਿਰ ਇਹ ਵੀ ਤਾਂ ਹੀ ਹੈ ਵੀ ਜਿਹੜਾ ਪ੍ਰੋਫੈਸ਼ਨਲ ਹੈ, ਫਿਰ ਉਹਦੇ ਨਾਲ ਜੇ ਅਸੀਂ ਵਾਰਤਾਲਾਪ ਕਰਦੇ ਹਾਂ, ਪਰਿਵਾਰਕ ਗੱਲ ਹੋ ਜਾਂਦੀ ਹੈ। ਫਿਰ ਕਲੇਮ ਹੋਣਾ, ਕਲੇਮ ਫਾਈਲ ਕਰਨਾ, ਜਾਂ ਉਸ ਤੋਂ ਬਾਅਦ ਇਹ ਡਿਸੀਜ਼ਨ ਲੈਣੇ ਚੀਜ਼ਾਂ ਦੇ ਵੀ ਅਸੀਂ ਜਾਣਾ ਆ। ਫਿਰ ਉਸ ਤਰੀਕੇ ਨਾਲ ਇਹ ਨਾ ਹੋਵੇ ਆਪਾਂ ਇਹ ਕਈ ਵਾਰੀ ਸੋਚਦੇ ਹਾਂ ਵੀ ਕਲੇਮ ਕਰਕੇ ਪੈਸੇ ਵੀ ਲੈ ਲਓ, ਜਿਹੜੇ ਆਉਣੇ ਮੁੜ ਕੇ ਉਹ ਵੀ ਆ ਜਾਣੇ ਨੇ। ਫਿਰ ਉਦੋਂ ਫਿਰ ਇਹ ਕਰਦੇ ਕਈ ਵਾਰੀ ਚੀਜ਼ਾਂ ਫਿਰ ਆਪਾਂ ਮਨ ਦੀ ਗੱਲ ਨਹੀਂ ਦੱਸਦੇ। ਫਿਰ ਇਹ ਵੀ ਜੇ ਆਪਾਂ ਮਨ ਦੀ ਗੱਲ ਐਡਵਾਈਜ਼ਰ ਨੂੰ ਦੱਸਦੇ ਹਾਂ, ਫਿਰ ਐਡਵਾਈਜ਼ਰ ਦੀ ਜ਼ਿੰਮੇਵਾਰੀ ਵਧੀਆ ਸਹੀ ਸਲਾਹ ਅਤੇ ਸਹੀ ਰਾਹ ਪਾਉਣਾ ਜੀ। ਬਹੁਤੇ ਜਿਹੜੇ ਮਾਪੇ ਆ, ਖਾਸ ਕਰ ਸੁਪਰ ਵੀਜ਼ੇ 'ਤੇ ਨਹੀਂ ਆਉਂਦੇ, ਖਾਸ ਕਰ ਜਿਹੜੇ ਇੱਥੇ ਸਟੂਡੈਂਟਸ ਪੜ੍ਹਦੇ ਆ, ਉਹਨਾਂ ਦੇ ਮਾਪੇ ਇੱਥੇ ਆਉਂਦੇ ਆ, ਉਹ ਵਿਜ਼ਟਰ ਵੀਜ਼ੇ 'ਤੇ ਆਉਂਦੇ ਆ। ਉਹਦੇ ਲਈ ਜਿਹੜਾ ਇੰਸ਼ੋਰੈਂਸ ਆ ਉਹ ਥੋੜ੍ਹਾ ਚਾਹੀਦਾ ਹੁੰਦਾ, ਘੱਟ ਤੋਂ ਘੱਟ ਕਰਾਉਣਾ ਚਾਹੀਦਾ, ਜਾਂ ਉਹ ਵੀ ਸੁਪਰ ਵੀਜ਼ੇ ਵਾਂਗੂ ਇੰਸ਼ੋਰੈਂਸ ਹੋ ਸਕਦਾ ਹੁੰਦਾ? ਫ਼ਰਕ ਕੀ ਹੈ ਜੀ? ਹਾਂਜੀ ਦੇਖੋ, ਸੁਪਰ ਵੀਜ਼ੇ ਕੋਈ ਵੀ ਇੰਸ਼ੋਰੈਂਸ ਕਰਵਾਉਣੀ, ਭਾਵੇਂ ਸੁਪਰ ਵੀਜ਼ੇ ਦੀ ਹੋਈ, ਭਾਵੇਂ ਵਿਜ਼ਟਰ ਵੀਜ਼ੇ ਦੀ, ਇੱਕੋ ਹੀ ਗੱਲ ਆ। ਨਾ ਸੁਪਰ ਵੀਜ਼ੇ ਦਾ ਇਕੱਠੇ ਇੱਕ ਸਾਲ ਦੀ ਕਰਵਾਉਣੀ ਪੈਣੀ ਹੈ, ਮਿਨੀਮਮ $1,00,000 ਦੀ ਕਰਵਾਉਣੀ ਪੈਣੀ ਹੈ। ਜਿਹੜੇ ਵਿਜ਼ਟਰ ਦੀ ਇੰਸ਼ੋਰੈਂਸ ਹੈ, ਉਹਨਾਂ ਦੀ $1,00,000 ਦੀ ਹੋਵੇ, 50,000 ਦੀ, 25,000 ਦੀ, ਡਿਪੈਂਡਿੰਗ ਏਜ ਉਹਨਾਂ ਦੀ ਕਿੰਨੀ ਹੈਗੀ ਹੈ। ਹੁਣ ਕਈ ਵਾਰੀ ਹੁੰਦਾ ਵੀ ਕੋਈ ਤੰਦਰੁਸਤ ਹੈ, ਆਪ ਦਾ ਬਜਟ ਵੀ ਦੇਖਣਾ ਸੀ। ਹੁਣ ਕਈ ਵਾਰੀ ਬਜਟ ਨਹੀਂ ਸਾਨੂੰ ਅਲਾਓ ਕਰਦਾ, ਬਜਟ ਕਹਿੰਦਾ ਵੀ ਅਸੀਂ ਹੁਣ $50 ਹੀ ਦੇ ਸਕਦੇ ਹਾਂ। ਆਪਾਂ ਸਟੂਡੈਂਟ ਦੀ ਗੱਲ ਕਰਦੇ ਹਾਂ, ਕਿਉਂਕਿ ਇੱਕੋ ਦਮ ਸਾਰੇ ਖਰਚੇ ਹੋ ਜਾਂਦੇ ਨੇ। ਕਵਰੇਜ ਉਨੀ ਕੁ ਹੋਵੇ ਤੁਹਾਨੂੰ ਰੀਜ਼ਨੇਬਲ, ਜੇ ਆਪਾਂ ਐਮਰਜੈਂਸੀ ਜਾਣਾ, ਇੱਕ ਰਾਤ ਦਾ ਖਰਚਾ ਹੀ $8-9 ਕੋਈ ਚੀਜ਼ ਆਪਰੇਟ ਕਰਨੀ ਪੈ ਜਾਂਦੀ ਉਹਨਾਂ ਨੂੰ। ਜੇ ਹਫ਼ਤਾ ਹਸਪਤਾਲ ਰਹਿ ਗਏ, ਬਾਕੀ ਜਿਹੜੀ ਕਾਸਟ ਹੈ ਉਹ ਛੇਤੀ ਹੋਈ, ਬਿੱਲ 40-50,000 ਛੇਤੀ ਮੁੱਕ ਜਾਂਦਾ। ਪਰ ਐਟਲੀਸਟ ਹੈ ਘੱਟ ਤੋਂ ਘੱਟ ਮੈਂ ਕਹਿੰਦਾ ਵੀ 50,000 ਤੋਂ ਜਾਂ $1,00,000 ਦੇ ਵਿੱਚ ਤੁਹਾਨੂੰ ਮਿਨੀਮਮ ਲੱਖ ਦੀ ਤਾਂ ਆਵশ্যਕ ਮਿਨੀਮਮ ਇੰਸ਼ੋਰੈਂਸ ਚਾਹੀਦੀ ਹੈ। ਪਰ ਹਾਂ, ਲੱਖ ਤੋਂ ਵੱਧ ਵੀ ਕਿਸੇ ਨੇ 1.5 ਲੱਖ ਦੀ ਕਰਵਾਉਣੀ ਹੈ, 2 ਲੱਖ ਦੀ ਕਰਵਾਉਣੀ, 3 ਲੱਖ ਦੀ, ਉਹ ਆਪਦੀ ਜ਼ਰੂਰਤ ਦੇ ਹਿਸਾਬ ਨਾਲ, ਕਿਸ਼ਤਾਂ ਦੇ ਹਿਸਾਬ ਨਾਲ, ਅਫੋਰਡੇਬਿਲਿਟੀ ਦੇ ਹਿਸਾਬ ਨਾਲ ਕਰਾ ਸਕਦੇ ਜੀ। ਹੁਣ ਲੋਕਾਂ ਨੇ ਕੈਨੇਡਾ ਤੋਂ ਵੀ ਬਾਹਰ ਜਾਣਾ ਸ਼ੁਰੂ ਕਰਤਾ, ਘੁੰਮਣ ਫਿਰਨ ਦੇ ਲਈ ਪਾਬੰਦੀਆਂ ਹਟ ਰਹੀਆਂ। ਇੱਥੋਂ ਬਾਹਰ ਜਾਣ ਲਈ, ਇੰਡੀਆ ਜਾਣ ਲਈ, ਮੈਕਸੀਕੋ ਜਾਣ ਲਈ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ? ਹਾਂਜੀ ਬਿਲਕੁਲ ਜੀ, ਕਿਉਂਕਿ ਇਹ ਹੈ ਵੀ ਆਪਾਂ ਇੰਨੇ ਖਰਚੇ ਬਾਕੀ ਚੀਜ਼ਾਂ ਦੇ ਕਰਦੇ ਹਾਂ, ਪਰ ਇਹ ਵੀ ਆਪਾਂ ਹੀ ਸੋਚੀਏ ਜੇ ਅਸੀਂ ਹੁਣ ਮੈਕਸੀਕੋ ਗਏ ਹਾਂ, ਜਾਂ ਕਿਤੇ ਹੁਣ ਘੁੰਮਣ ਫਿਰਨ, ਹੁਣ ਬੱਚਿਆਂ ਨਾਲ ਜਾਣਾ ਹੀ ਹੈ, ਕਈਆਂ ਨੇ ਜਾ ਰਹੇ
ਗਏ ਹੋਏ ਨੇ। ਜੇ ਇਨ ਕੇਸ ਉੱਥੇ ਕੋਈ ਸੱਟ ਲੱਗ ਗਈ ਬੱਚੇ ਨੂੰ ਖੇਡਦਿਆਂ, ਜਾਂ ਆਪਾਂ ਆਪ ਨੂੰ ਕੋਈ ਸਲਿੱਪ ਹੋ ਗਿਆ, ਫਾਲ ਹੋ ਗਿਆ, ਕਿਉਂਕਿ ਇੱਦਾਂ ਦੀ ਐਕਟੀਵਿਟੀਜ਼ ਉੱਥੇ ਜਾ ਕੇ ਕਰਦੇ ਹਾਂ ਕਈ ਵਾਰੀ ਆਪਾਂ ਇੱਥੇ ਆਮ ਤੌਰ ਨਹੀਂ ਕਰਦੇ, ਫਿਰ ਉਦੋਂ ਵੀ ਹਸਪਤਾਲ ਜਾਣਾ ਪੈ ਗਿਆ, ਉਦੋਂ ਸਾਰਾ ਬਿੱਲ ਫਿਰ ਸਾਡੇ ਖਰਚੇ 'ਤੇ ਹੀ ਪੈਣਾ, ਕਿਉਂਕਿ ਉਦੋਂ ਫਿਰ ਟਰੈਵਲ ਇੰਸ਼ੋਰੈਂਸ ਨਹੀਂ ਕੰਮ ਆਉਣਾ। ਉੱਥੇ ਹੁਣ ਪਤਾ ਨਹੀਂ ਵੀ ਕਿੰਨਾ ਚਿਰ ਹਸਪਤਾਲ ਰਹਿਣਾ ਪਊਗਾ, ਕਿੱਦਾਂ ਦਾ ਖਰਚਾ ਹੋ ਸਕਦਾ, ਕੋਈ ਕਾਰ ਦਾ ਐਕਸੀਡੈਂਟ ਹੋ ਸਕਦਾ, ਕੁਛ ਵੀ ਹੋ ਸਕਦਾ। ਇਹ ਆ ਵੀ ਹੁਣ ਇੰਨਾ ਟਰੈਵਲ ਇੰਸ਼ੋਰੈਂਸ ਇੱਕ ਇੰਨੀ ਮਹਿੰਗੀ ਨਹੀਂ ਹੈਗੀ। ਹੁਣ ਜੇ ਆਪਾਂ ਪਰਿਵਾਰ ਦੀ ਗੱਲ ਕਰਦੇ ਹਾਂ, 4 ਦਿਨਾਂ ਵਾਸਤੇ ਜਾਣਾ $60-70 ਲੱਗ ਜਾਣਗੇ, ਪਰ ਇਹ ਵੀ ਜੇ $50 ਲੱਗ ਵੀ ਗਏ, ਪਰ ਇਹ ਦੇਖੋ ਪੀਸ ਆਫ ਮਾਈਂਡ ਕਿੰਨਾ ਹੈਗਾ। ਪਰ ਮੈਂ ਤਾਂ ਇਹੀ ਕਹਿਣਾ ਵੀ ਜਦੋਂ ਵੀ ਜਾਣਾ ਚੀਜ਼ ਆਪਦੇ ਆਪ ਨੂੰ ਪ੍ਰੋਟੈਕਟ ਕਰੋ। ਉਦੋਂ ਬਾਅਦ ਹੈ ਵੀ ਕੁਛ ਜਦੋਂ ਬਾਅਦ 'ਚ ਫਿਰ ਜਿਹੜਾ ਖਰਚਾ ਹਰਜਾਨਾ ਜ਼ਿਆਦਾ, ਫਿਰ ਆਪਾਂ ਸਾਰਿਆਂ ਨੂੰ ਕਹਿੰਦੇ ਵੀ ਇੰਸ਼ੋਰੈਂਸ ਲਾਓ, ਫਿਰ ਆਪ ਲੋਕ ਕਹਿੰਦੇ ਜਦੋਂ ਇੱਕ ਵਾਰੀ ਹਰਜਾਨਾ ਹੋ ਜਾਂਦਾ, ਪਰ ਇਹ ਤਾਂ ਆਪ ਹੀ ਕਹਿੰਦਾ ਵੀ ਕਿਉਂਕਿ ਹਰੇਕ ਬੰਦਾ ਕੋਸਟ ਤੋਂ ਜਾਂ ਟਾਈਮ ਨਹੀਂ ਹੈਗਾ, ਪਰ ਇਹ ਕਹਿੰਦਾ ਜੇ ਮਹਿੰਗੀ ਬਹੁਤ ਹੋਊਗੀ ਜਾਂ ਟਾਈਮ ਨਹੀਂ ਹੈਗਾ। ਇਹ ਆ ਵੀ ਉਸੇ ਚੀਜ਼ ਕਰਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਕੋਈ ਸੁਣ ਕੇ ਜਿਹੜੇ ਵੀ ਇਸ ਚੀਜ਼ ਦਾ ਫਾਇਦਾ ਲੈ ਸਕਦੇ ਹਾਂ ਜ਼ਰੂਰ ਲੈਣ ਜੀ। ਅਤੇ ਕਈ ਲੋਕ ਜਿਹੜੇ ਪਿੱਛੇ ਕੋਵਿਡ ਦਾ ਖਾਸ ਤੌਰ 'ਤੇ ਇੰਸ਼ੋਰੈਂਸ ਲੈ ਕੇ ਗਏ ਵੀ, ਅਤੇ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਕਲੇਮ ਮਿਲਿਆ ਨਹੀਂ, ਕਹਿੰਦੇ ਕੋਈ ਹੋਰ ਚੱਕਰ ਜੀ ਇਹ ਤੁਹਾਨੂੰ ਨਹੀਂ ਮਿਲ ਸਕਦਾ, ਵੈਕਸੀਨੇਸ਼ਨ ਦੀ ਚੱਕਰ ਹੈ। ਇਹ ਪਹਿਲਾਂ ਸਾਰਾ ਜਿਹੜਾ ਉਹ ਫਾਈਨ ਲਾਈਨ ਦੇ ਵਿੱਚ ਲਿਖਿਆ ਹੁੰਦਾ ਉਹ ਪੜ੍ਹਨਾ ਚਾਹੀਦਾ, ਜਾਂ ਇਹਦੇ ਬਾਰੇ ਕੀ ਰਾਏ ਹੈ ਜੀ? ਹਾਂਜੀ, ਕਈ ਵਾਰੀ ਇੱਦਾਂ ਹੁੰਦਾ ਵੀ ਜਦੋਂ ਚੀਜ਼ ਹਰੇਕ ਚੀਜ਼ ਇੱਦਾਂ ਵੀ ਆਪਾਂ ਕਹਿੰਦੇ ਵੀ ਅੱਜ ਚੀਜ਼ ਸੇਲ 'ਤੇ ਹੈ ਜਾਂ ਆਹ ਚੀਜ਼ ਮਿਲ ਰਹੀ ਹੈ ਲੈ ਲਓ, ਪਰ ਅਸੀਂ ਉਸ ਚੀਜ਼ ਬਾਰੇ ਇਹ ਨਹੀਂ ਕਹਿੰਦੇ ਸਾਨੂੰ ਲੋੜ ਹੈਗੀ ਕਿ ਨਹੀਂ ਹੈਗੀ ਕੋਈ ਉਸ ਚੀਜ਼ ਵਾਸਤੇ। ਜਿਵੇਂ ਕੋਵਿਡ ਦੀ ਕਵਰੇਜ ਹੈ, ਬਿਲਕੁਲ ਉਹ ਤਾਂ ਸਾਰੇ ਕਹਿੰਦੇ ਕੋਵਿਡ ਦੀ ਕਵਰੇਜ ਲੈ ਲਓ ਜਾ ਕੇ, ਜੇ ਉੱਥੇ ਫਲਾਈਟ ਕੈਂਸਲ ਹੋ ਗਈ ਜਾਂ ਸਾਡੇ ਫਲਾਈਟ ਮਿਸ ਹੋ ਗਈ ਸਾਨੂੰ ਪੈਸੇ ਮਿਲ ਜਾਣਗੇ ਕੋਵਿਡ ਕਰਕੇ। ਪਰ ਉਹਨਾਂ ਦੇ ਰਿਸਟ੍ਰਿਕਸ਼ਨਸ ਵਿੱਚ ਹੈਗੀਆਂ ਸੀਗੀਆਂ, ਫਾਈਨ ਲਾਈਨ ਨਾਲ ਲਿਖੀ ਹੋਈ ਹੈ, ਜੇ ਤੁਸੀਂ ਆਪਦੇ ਇੰਜੈਕਸ਼ਨ ਨਹੀਂ ਆਪਦੀ ਵੈਕਸੀਨੇਸ਼ਨ ਨਹੀਂ ਕਰਵਾਈ ਹੋਈ, ਜੇ ਤੁਸੀਂ ਜਾਂਦੇ ਹੋ ਤਾਂ ਬਿਲਕੁਲ ਤੁਹਾਡੀ ਕੋਵਿਡ ਦੀ ਕਵਰੇਜ ਨਹੀਂ ਹੋਊਗੀ, ਭਾਵੇਂ ਤੁਸੀਂ ਪੋਲਿਸੀ ਲਈ ਹੋਈ ਹੈ। ਪੋਲਿਸੀ ਲੈਣ ਦਾ ਮਤਲਬ ਇਹ ਨਹੀਂ ਵੀ ਉਹਦੀ ਕਵਰੇਜ ਹੋਊਗੀ, ਕਿਉਂਕਿ ਉਹਦੀਆਂ ਜਿਹੜੀਆਂ ਸ਼ਰਤਾਂ ਨੇ, ਕਿਉਂਕਿ ਅਸੀਂ ਕੋਈ ਵੀ ਚੀਜ਼ ਲੈਂਦੇ ਹਾਂ, ਘਰ ਵੀ ਲੈਂਦੇ, ਕਾਰ ਵੀ ਲੈਂਦੇ ਹਾਂ, ਅਸੀਂ ਉਦੋਂ ਪਹਿਲਾਂ ਆਫਰ ਲਿਖਦੇ ਹਾਂ ਵੀ ਅਸੀਂ ਉਹਨਾਂ ਦੀਆਂ ਫਿਰ ਉਹ ਸ਼ਰਤਾਂ ਹੁੰਦੀਆਂ ਵੀ ਤੁਸੀਂ ਕੁਆਲੀਫਾਈ ਕਰੋਗੇ ਤਾਂ ਤੁਹਾਨੂੰ ਅਸੀਂ ਇਹ ਘਰ ਜਾਂ ਗੱਡੀ ਦੇਵਾਂਗੇ। ਉੱਦਾਂ ਹੀ ਪੋਲਿਸੀ ਲੈ ਲੈਂਦੇ ਹਾਂ, ਫਿਰ ਜਿਹੜੀ ਕੁਆਲੀਫਿਕੇਸ਼ਨ ਹੈ ਕਲੇਮ ਵਾਸਤੇ ਉਹ ਬਾਅਦ 'ਚ ਐਕਸਕਲੂਜਨਸ ਉਹ ਫਿਰ ਐਕਸਕਲੂਜਨ 'ਚ ਜਦੋਂ ਮੂਹਰੇ ਰੱਖ ਦਿੰਦੇ ਵੀ ਆਹ ਚੀਜ਼ਾਂ ਇੱਦਾਂ ਹੋਈਆਂ ਤੁਹਾਡੇ 'ਚ ਨਹੀਂ ਕਰਨਾ, ਬਿਲਕੁਲ ਉਦੋਂ ਡਿਨਾਈ ਕਰ ਦਿੰਦੇ ਕਲੇਮ ਜੀ। ਬਿਲਕੁਲ ਸਹੀ ਹੋ ਤੁਸੀਂ। ਤੇ ਸਾਹਿਬ ਆਖਰ ਦੇ ਵਿੱਚ ਕਾਂਟੈਕਟ ਨੰਬਰ, ਜੇ ਕਿਸੇ ਨੇ ਕਾਂਟੈਕਟ ਕਰਨਾ ਹੋਵੇ ਅਤੇ ਜੇ ਕੋਈ ਸਲਾਹ ਕਰਦਾ ਉਹਦੀ ਫੀਸ ਹੁੰਦੀ ਹੈ ਕੁਛ ਜੀ? ਬਿਲਕੁਲ ਜੀ, ਹਾਲੇ ਤੱਕ ਤਾਂ ਆਪਾਂ ਜੇ ਗੱਲ ਕਰਦੇ ਹਾਂ ਕੋਈ ਫੀਸ ਨਹੀਂ ਹੈਗੀ ਜੀ। ਹਾਲੇ ਨਾਰਥ ਅਮਰੀਕਾ ਵਿੱਚ ਕਿਸੇ ਵੀ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਕੋਲ ਜਾਂਦੇ ਕੋਈ ਫੀਸ ਨਹੀਂ ਹੈਗੀ, ਪਰ ਆਪਾਂ ਮੁਲਕ ਦੇ ਦੂਜੇ ਹਿੱਸਿਆਂ 'ਚ ਜਾਂਦੇ ਹਾਂ, ਕਈ ਇਸ ਚੀਜ਼ ਤੋਂ ਸਲਾਹ ਲੈਣ ਤੋਂ ਉਹ ਤਰਸਦੇ ਨੇ, ਕਿਉਂਕਿ ਉਹਨਾਂ ਅਫੋਰਡੇਬਿਲਿਟੀ ਨਹੀਂ ਹੈਗੀ ਉਹਨਾਂ ਕੋਲ। ਉਹ ਹੈ ਵੀ ਜਿਨ੍ਹਾਂ ਕੋਲ ਪੈਸੇ ਨੇ ਉਹੀ ਸਲਾਹ ਲੈ ਸਕਦੇ ਨੇ। ਇੱਥੇ ਬਿਲਕੁਲ ਫ੍ਰੀ ਸਲਾਹ ਦਾ ਵੀ, ਕਿਉਂਕਿ ਇਹ ਨਹੀਂ ਵੀ ਆਪਦੇ ਆਪ ਨੂੰ ਐਜੂਕੇਟ ਕਰਨਾ, ਉਸ ਐਜੂਕੇਸ਼ਨ ਦੇ ਨਾਲ ਅਸੀਂ ਕਿਸੇ ਨਾਲ ਆਪਦੇ ਪਰਿਵਾਰ ਨਾਲ ਯਾਰਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਸਕਦੇ, ਕਿਉਂਕਿ ਸਾਰਿਆਂ ਕੋਲ ਜਿੰਨਾ ਕੁ ਟਾਈਮ ਹੁੰਦਾ ਕਿਸੇ ਕੋਲ ਵੀ ਚੀਜ਼ ਬਾਰੇ ਪਤਾ ਲਾਓ, ਫਿਰ ਉਸ ਤੋਂ ਬਾਅਦ ਦੇਖੋ, ਫਿਰ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਲਓ। ਕੋਈ ਵੀ ਲਾਈਫ ਇੰਸ਼ੋਰੈਂਸ ਹੋਵੇ, ਡਿਸੇਬਿਲਿਟੀ ਹੋਵੇ, ਕ੍ਰਿਟੀਕਲ ਹੋਵੇ, RESP ਜਾਂ RRSP ਜਾਂ TFS ਅਕਾਊਂਟ ਹੋਵੇ, ਥਿੰਕ ਇੰਸ਼ੋਰੈਂਸ, ਸਾਰੀਆਂ ਚੀਜ਼ਾਂ 'ਚ ਹਮੇਸ਼ਾ ਹੀ ਹਰੇਕ ਕਹਿੰਦਾ ਲਾਈਫ ਦਾ ਸਾਈਕਲ 'ਚ ਥਿੰਕ ਇੰਸ਼ੋਰੈਂਸ ਹਮੇਸ਼ਾ ਹੀ ਨਾਲ ਹੈ, ਜਿਸ ਨਾਲ ਸਾਥ ਹੈ। ਪਰ ਇਹ ਨਹੀਂ ਇਕੱਲਾ ਪੋਲਿਸੀ ਤੱਕ ਵੇਚਣ ਤੋਂ ਬਾਅਦ, ਉਸ ਤੋਂ ਬਾਅਦ ਅਸਲੀ ਕੰਮ ਤਾਂ ਬਾਅਦ 'ਚ ਸ਼ੁਰੂ ਹੁੰਦਾ, ਕਿਉਂਕਿ ਜਿਹੜੀ ਸਰਵਿਸ ਹੈਗੀ ਹੈ 24 ਆਵਰ ਸਾਡਾ ਆਪਾਂ ਹਮੇਸ਼ਾ ਮੋਢੀ ਹਾਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ, ਕਿਉਂਕਿ ਔਨਲਾਈਨ ਜਦੋਂ ਪਲੈਟਫਾਰਮ ਸ਼ੁਰੂ ਕੀਤਾ ਇਸੇ ਕਰਕੇ ਕੀਤਾ ਇਹ ਵੀ ਨਾ ਅਸੀਂ ਡਰਾਮਾ 'ਚ ਨਾ ਪਾਉਣਾ, ਆਪਦੇ ਔਨਲਾਈਨ ਜਾਓ ਤੁਸੀਂ ਕੋਸਟ ਦੇਖੋ, ਉਸ ਤੋਂ ਬਾਅਦ ਤੁਸੀਂ ਚੀਜ਼ ਲੈਣੀ ਹੈ, ਤੁਹਾਨੂੰ ਪਤਾ ਵੀ ਇਸ ਚੀਜ਼ ਦੀ ਕਾਸਟ ਇੰਨੀ ਹੈਗੀ ਹੈ। ਪਰ ਹਾਂ, ਕੋਈ ਵੀ ਕੁਐਸਚਨ ਹੈ ਹਮੇਸ਼ਾ ਹਾਜ਼ਰ ਹੈ ਜੀ। ਥਿੰਕ ਇੰਸ਼ੋਰੈਂਸ ਸਾਡੀ ਵੈਬਸਾਈਟ ਹੈ 604-828-7213। ਥੈਂਕ ਯੂ ਸੋ ਮਚ ਸੋਤਾ ਸਾਹਿਬ ਜੀ। ਥੈਂਕ ਯੂ। ਦੋਸਤੋ, ਤੁਸੀਂ ਕਿਸੇ ਵੀ ਥਿੰਕ ਇੰਸ਼ੋਰੈਂਸ ਨੂੰ ਗੂਗਲ ਕਰ ਸਕਦੇ ਹੋ, ਉਹਨਾਂ ਦੇ ਨਾਲ ਪਰਮਿੰਦਰ ਥਿੰਦ ਹੋਣਾ ਦੇ ਨਾਲ ਕਾਂਟੈਕਟ ਕਰ ਸਕਦੇ ਹੋ। ਬਹੁਤ ਜ਼ਰੂਰੀ ਗੱਲਾਂ ਜਿਹੜੀਆਂ ਇੰਸ਼ੋਰੈਂਸ ਦੀਆਂ ਬਹੁਤ ਮਹੱਤਵਪੂਰਨ ਹੈ, ਖਾਸ ਕਰ ਜਿਹੜੇ ਇੰਡੀਆ ਤੋਂ ਇੱਥੇ ਵਿਜ਼ਿਟਰ ਆਉਂਦੇ ਆ, ਵੱਧ ਤੋਂ ਵੱਧ ਇੰਸ਼ੋਰੈਂਸ ਉਹਨਾਂ ਦੇ ਕੋਲ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਇਹ ਸਮੱਸਿਆਵਾਂ ਆਉਂਦੀਆਂ, ਇੱਥੇ ਕੋਈ ਬਿਮਾਰ ਹੋ ਜਾਂਦਾ ਆ, ਹੌਸਪੀਟਲ ਦੇ ਵਿੱਚ ਉਹਨੂੰ ਜਾਣਾ ਪੈ ਜਾਂਦਾ, ਤਾਂ ਉੱਥੇ ਖਰਚਾ ਬਹੁਤ ਆ, ਫਿਰ ਉਹਦੇ ਜਿਹੜੇ ਕੌਨਸੀਕੁਐਂਸਿਸ ਨੇ ਉਹ ਬਹੁਤ ਕਈ ਵਾਰੀ ਮਾੜੇ ਹੁੰਦੇ ਆ। ਇੰਸ਼ੋਰੈਂਸ ਲੈ ਕੇ ਔਰ ਉਹਦੀ ਜਾਣਕਾਰੀ ਪੂਰੀ ਜ਼ਰੂਰ ਹੋਣੀ ਚਾਹੀਦੀ ਹੈ। ਕੈਮਰਾਮੈਨ ਅਮਿਤ ਪ੍ਰੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਕਿਸੇ ਖਿੱਤੇ ਵਿੱਚ ਕਿਸੇ ਕੌਮ ਦੀ ਤਰੱਕੀ ਦੇ ਕਈ ਮਾਪਦੰਡ ਹੁੰਦੇ ਆ। ਇੱਕ ਮਾਪਦੰਡ ਇਹ ਵੀ ਹੁੰਦਾ ਕਿ ਉਸ ਖਿੱਤੇ ਦੇ ਵਿੱਚ ਉਸ ਕੌਮ ਨੇ ਉਹਦਾ ਸਾਹਿਤ, ਉਹਦਾ ਸੱਭਿਆਚਾਰ, ਉਹਦੀ ਕਲਾ ਕਿਸ ਪੱਧਰ ਦੇ ਉੱਤੇ ਪਹੁੰਚੀ ਹੈ। ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਅਤੇ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਸਰੀ ਨੂੰ ਇਹ ਮਾਣ ਆ ਕਿ ਇੱਥੇ ਇੱਕ ਇਹੋ ਜਿਹਾ ਸਥਾਨ ਪੰਜਾਬ ਭਵਨ, ਜਿੱਥੇ ਇਹ ਕਲਚਰਲ ਗਤੀਵਿਧੀਆਂ ਹੁੰਦੀਆਂ ਅਤੇ ਫ੍ਰੀ ਸਪੇਸ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਕੋਵਿਡ ਕਾਰਨ ਇਹ ਗਤੀਵਿਧੀਆਂ ਕਾਫੀ ਦੇਰ ਬੰਦ ਰਹੀਆਂ, ਰਿਸਟ੍ਰਿਕਟਡ ਹੁੰਦੀਆਂ ਰਹੀਆਂ।
ਹੁਣ ਪੰਜਾਬ ਭਵਨ ਸਰੀ ਦੇ ਵਿੱਚ ਇਹ ਗਤੀਵਿਧੀਆਂ ਦੁਬਾਰਾ ਸ਼ੁਰੂ ਹੋ ਚੁੱਕੀਆਂ। ਪਹਿਲਾ ਇਹਦਾ ਫੰਕਸ਼ਨ 19 ਤਰੀਕ ਨੂੰ ਹੋ ਰਿਹਾ। ਉਹਦੇ ਬਾਰੇ ਅਸੀਂ ਪੰਜਾਬ ਭਵਨ ਦੇ ਸੰਸਥਾਪਕ ਸੁਖੀ ਬਾਠ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਭਵਨ ਪਹੁੰਚੇ ਹਾਂ। ਬਾਠ ਸਾਹਿਬ ਦੱਸਿਓ ਜੀ, 19 ਤਰੀਕ ਦਾ ਸਮਾਗਮ ਤੇ ਗਤੀਵਿਧੀਆਂ ਕਿਸ ਤਰ੍ਹਾਂ ਚੱਲ ਰਹੀਆਂ ਜੀ? ਹਾਂਜੀ ਜਸਕਾਨ, ਪਹਿਲਾਂ ਤਾਂ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਸ ਤਰ੍ਹਾਂ ਤੁਸੀਂ ਦੱਸ ਹੀ ਰਹੇ ਸੀਗੇ ਵੀ ਕੋਵਿਡ ਦੇ ਕਰਕੇ ਤਕਰੀਬਨ 22-23 ਮਹੀਨੇ ਤੋਂ ਖੁੱਲ੍ਹ ਕੇ ਕੋਈ ਪ੍ਰੋਗਰਾਮ ਨਹੀਂ ਹੋਇਆ। 1-2 ਛੋਟੇ-ਮੋਟੇ ਪ੍ਰੋਗਰਾਮ ਪੱਬ ਵਿੱਚ ਕੀਤੇ ਵੈਸੇ, ਪਰ ਹੈਲਥ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਭਾਈਚਾਰੇ ਦੀ ਸੇਫਟੀ ਲਈ ਆਪਾਂ ਇੱਥੋਂ ਗਤੀਵਿਧੀਆਂ ਰੋਕੀਆਂ ਸਨ। ਅਤੇ ਹੁਣ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਗੌਰਮੈਂਟ ਵੱਲੋਂ ਵੀ ਕੁਛ ਖੁੱਲ੍ਹ ਦਿੱਤੀ ਗਈ ਆ, ਕਰੋਨਾ 'ਤੇ ਵੀ ਕੁਛ ਠੱਲ ਪਈ ਆ, ਅਤੇ ਅਸੀਂ ਵੀ ਚਾਹਿਆ ਕਿ ਅਸੀਂ ਇਸ ਗਤੀਵਿਧੀਆਂ ਨੂੰ ਮੋੜ ਕੇ ਉਸ ਜਗ੍ਹਾ 'ਤੇ ਲੈ ਕੇ ਆਈਏ ਜਿਹੜੇ ਅਸੀਂ ਬੈਕ ਇਨ 2019 ਦੇ ਵਿੱਚ ਜਿੱਥੇ ਅਸੀਂ ਇਹਨੂੰ ਛੱਡਿਆ ਸੀਗਾ। ਸੋ ਇਹਦੇ ਮੱਦੇਨਜ਼ਰ ਅਸੀਂ ਜਿਹੜਾ ਪੰਜਾਬ ਭਵਨ ਦਾ ਅਸੀਂ ਅਫੀਸ਼ਲੀ ਇਸ ਚੈਨਲ ਪੰਜਾਬੀ ਦੇ ਦਰਸ਼ਕਾਂ ਨਾਲ ਇਹ ਸਾਂਝ ਪਾਉਂਦੇ ਕਿ ਅਸੀਂ ਅਫੀਸ਼ਲੀ ਡਿਕਲੇਅਰ ਵੀ ਇਹ ਪੰਜਾਬ ਭਵਨ ਹੁਣ ਖੁੱਲ੍ਹ ਗਿਆ ਹੈ। ਬਹੁਤ ਸਾਰੀਆਂ ਵੈਸੇ ਸੰਸਥਾਵਾਂ ਨੇ ਆਲਰੇਡੀ ਬੁਕਿੰਗ ਸ਼ੁਰੂ ਕਰਤੀ ਹੈ, ਜਾਂ ਜਿਹੜੇ ਕੁਛ ਰਹਿੰਦੇ ਨੇ ਉਹਨਾਂ ਨੂੰ ਵੀ ਮੈਸੇਜ ਪਹੁੰਚ ਜਾਏ ਕਿ ਆਪਣਾ ਸਲੋਟ ਤੁਸੀਂ ਬੁੱਕ ਕਰਾ ਲਓ। ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜਿੱਥੇ ਅਸੀਂ ਮਾਂ ਬੋਲੀ ਦੀ, ਪੰਜਾਬੀ ਸਾਹਿਤ ਦੀ, ਸਾਹਿਤਕਾਰਾਂ ਦੀ ਗੱਲ ਕਰਦੇ ਹਾਂ, ਉਹਦੇ ਨਾਲ ਦੇ ਨਾਲ ਦੂਸਰੀਆਂ ਜ਼ਬਾਨਾਂ ਨੂੰ ਵੀ ਅਸੀਂ ਬਹੁਤ ਪਹਿਲ ਦਿੰਦੇ ਹਾਂ। ਵੱਖਰੀਆਂ ਕਮਿਊਨਿਟੀਜ਼ ਹੈਗੀਆਂ ਨੇ ਜਿਹੜੀਆਂ ਪੰਜਾਬ ਭਵਨ ਨਾਲ ਜੁੜੀਆਂ ਹੋਈਆਂ ਨੇ। 9-10 ਡਿਫਰੈਂਟ ਲੈਂਗੁਏਜ ਦੇ ਵਿੱਚ ਇੱਥੇ ਪ੍ਰੋਗਰਾਮ ਹੁੰਦੇ ਨੇ। ਫਿਰ ਉਹਦੇ ਨਾਲ ਦੇ ਨਾਲ ਸਮਾਜ ਦੇ ਭਲੇ ਲਈ ਬੜੇ ਪ੍ਰੋਗਰਾਮ ਹੁੰਦੇ ਨੇ, ਜਿਹਦੇ ਵਿੱਚ ਅਸੀਂ ਵੱਖਰੀਆਂ ਵਰਕਸ਼ਾਪ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਡੋਮੈਸਟਿਕ ਵਾਇਲੈਂਸ ਦੀ ਗੱਲ ਹੋਈ, ਜਾਂ ਆਪਣੇ ਸ਼ਹੀਦਾਂ ਨੂੰ ਜਾਂ ਕਿਸੇ ਵਧੀਆ ਦਿਨ ਨੂੰ ਵੀ ਮਨਾਉਣ ਦੀ ਗੱਲ ਹੋਈ, ਅਤੇ ਨਾਲ ਦੀ ਨਾਲ ਹੈਲਥ ਪ੍ਰਤੀ ਜਿਹੜੀਆਂ ਸਾਡੇ ਬਹੁਤ ਸਾਰੇ ਇੱਥੇ ਦੇ ਹੈਲਥ ਪ੍ਰੋਵਾਈਡਰ ਨੇ, ਜਿਹਦੇ ਵਿੱਚ ਵੱਡੇ ਨਾਂ ਨੇ, ਫਰੇਜ਼ਰ ਹੈਲਥ ਹੋਈ, ਜਾਂ ਹੋਰ ਜਿਹੜੀਆਂ ਬਹੁਤ ਸਾਰੀਆਂ NGO ਨੇ ਜਿਹੜੀਆਂ ਹੈਲਥ ਪ੍ਰਤੀ ਕੰਮ ਕਰਦੀਆਂ ਨੇ ਸਮਾਜ ਦੇ ਵਿੱਚ, ਉਹਨਾਂ ਲਈ ਇਹ ਸਦਾ ਹੀ ਵੈਲਕਮ ਪੰਜਾਬ ਭਵਨ ਕਰਦਾ ਉਹਨਾਂ ਨੂੰ। ਅਤੇ ਇਹਦੇ ਵਿੱਚ ਜੇ ਕੋਈ ਨਵੇਂ ਸਰੋਤੇ ਨੇ, ਦੇਖ ਰਹੇ ਨੇ ਦਰਸ਼ਕ, ਉਹਨਾਂ ਨੂੰ ਮੈਂ ਜ਼ਰੂਰ ਜਾਣਕਾਰੀ ਦਿੰਦਾ ਕਿ ਪੰਜਾਬ ਭਵਨ ਦੀ ਇੱਕ ਪਰੰਪਰਾ ਹੀ ਕਹਿ ਲਓ, ਜਾਂ ਸਾਡਾ ਮੁੱਢਲਾ ਏਮ ਹੀ ਇਹ ਆ ਕਿ ਇੱਥੇ ਦੇ ਸਾਰੇ ਸਮਾਗਮ ਜਿਹੜੇ ਉਹ ਫ੍ਰੀ ਆਫ ਚਾਰਜ ਹੁੰਦੇ ਨੇ, ਜਿਹਦੇ ਵਿੱਚ ਅਸੀਂ ਤੁਹਾਡੇ ਸਾਰੇ ਪ੍ਰੋਗਰਾਮ ਨੂੰ ਪ੍ਰੋਪਰਲੀ ਜਿਹਨੂੰ ਕਹਿੰਦੇ ਵੀ ਲੋਕਾਂ ਤਾਈਂ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰਦੇ ਮੀਡੀਆ ਦੇ ਥਰੂ, ਕਿ ਮੀਡੀਆ ਵਾਲੇ ਸਾਡਾ ਬੜਾ ਸਾਥ ਦਿੰਦੇ ਨੇ। ਨਾਲ ਦੀ ਨਾਲ ਜਦੋਂ ਤੁਸੀਂ ਪ੍ਰੋਗਰਾਮ ਕਰਦੇ ਹੋ, ਬਸ ਸਿਰਫ ਆਉਣਾ ਹੈ ਅਤੇ ਮਾਈਕ ਔਨ ਕਰਨਾ ਹੈ, ਅਤੇ ਜੋ ਵੀ ਤੁਹਾਡਾ ਪ੍ਰੋਗਰਾਮ ਲਿਖੋ ਅਤੇ ਬਸ ਮਾਈਕ ਬੰਦ ਕਰਕੇ ਤੁਸੀਂ ਘਰ ਚਲੇ ਜਾਣਾ। ਸਾਰੀ ਫੈਸਿਲਿਟੀ ਹੈ, ਸਾਊਂਡ ਸਿਸਟਮ ਹੈ, ਪ੍ਰੋਜੈਕਟਰ ਲੱਗਾ ਹੈ, ਕੈਮਰੇ ਲੱਗੇ, ਕਿਸੇ ਨੇ ਰਿਕਾਰਡ ਕਰਨੀ ਹੋਵੇ, ਅਤੇ ਨਾਲ ਦੀ ਨਾਲ ਅਸੀਂ ਜਿਹੜਾ ਸਨੈਕ ਵਗੈਰਾ, ਚਾਹ ਪਾਣੀ, ਕੁਛ ਖਾਣ ਪੀਣ ਨੂੰ, ਪਕੌੜੇ ਸਮੋਸੇ ਵਗੈਰਾ, ਲਾਈਟ ਸਨੈਕਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਅਸੀਂ ਪ੍ਰਦਾਨ ਕਰਦੇ ਹਾਂ। ਸੋ ਇਹ ਸੈਚਰਡੇ, ਜਿਸ ਤਰ੍ਹਾਂ ਤੁਸੀਂ ਜ਼ਿਕਰ ਹੀ ਕੀਤਾ ਹੈ, ਸ਼ਹੀਦਾਂ ਦਾ ਸਰਦਾਰ ਭਗਤ ਸਿੰਘ ਸ਼ਹੀਦ ਆਜ਼ਮ ਦਾ ਦਿਨ ਆ ਰਿਹਾ ਹੈ, ਸ਼ਹੀਦੀ ਦਿਨ। ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਜਿਹੜਾ ਅਸੀਂ ਮਾਰਚ ਦੀ 19 ਤਰੀਕ 12:30 ਵਜੇ ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੰਦੇ ਵੈਸੇ, ਅਤੇ ਨਾਲ ਦੀ ਨਾਲ ਮੈਂ ਬਹੁਤ ਸਾਰੇ ਜਿਹੜੇ ਬੁਲਾਰੇ ਨੇ ਜਿਹੜੇ ਇਸ ਵਿਸ਼ੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਪ੍ਰੈਜ਼ੈਂਟ ਕਰਨਗੇ, ਉਹਨਾਂ ਨੂੰ ਵੀ ਮੈਂ ਕਨਫਰਮ ਕਰ ਚੁੱਕਾ ਹਾਂ। ਅਤੇ ਉਸ ਦਿਨ ਵੀ ਕੋਈ 2-2.5 ਘੰਟੇ ਦਾ ਇਹ ਪ੍ਰੋਗਰਾਮ ਹੋਏਗਾ, ਅਤੇ ਇਹਦੇ ਵਿੱਚ ਆਉਣ ਦੀ ਵੀ ਸਾਰਿਆਂ ਨੂੰ ਅਸੀਂ ਪੁਰਜੋਰ ਬੇਨਤੀ ਕਰਦੇ ਜੀ। ਬਟ ਸਾਹਿਬ, ਹੁਣ ਕੋਵਿਡ ਹਟ ਗਿਆ ਅਤੇ ਸਾਲਾਨਾ ਸਮਾਗਮ ਪੰਜਾਬ ਭਵਨ ਦਾ ਹੁੰਦਾ ਸਾਹਿਤਕ ਸਮਾਗਮ, ਜਿਹੜਾ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਆ, ਵੱਖ ਦੁਨੀਆ ਤੋਂ ਲੋਕ ਇੱਥੇ ਪਹੁੰਚਦੇ ਆ, ਉਹਦੇ ਬਾਰੇ ਕੋਈ ਅਪਡੇਟ ਹੈ ਜੀ? ਹਾਂਜੀ ਜੀ, ਵੈਸੇ ਮੇਰਾ ਬਹੁਤੇ ਕੰਮਾਂ ਦੇ ਵਿੱਚ ਦੌੜ ਭੱਜ ਵੀ ਕਾਫੀ ਆ, ਅਤੇ ਮੇਰਾ ਵੈਸੇ ਜ਼ਿੰਦਗੀ ਦਾ ਇੱਕ ਚੀਜ਼ ਬੜੀ ਰਹੀ ਆ ਵੀ ਕੋਈ ਜੇ ਕੰਮ ਕਰਨਾ ਅਤੇ ਉਹਦਾ ਜਿੱਦਾਂ ਕਹਿੰਦੇ ਵਿਆਹ ਕਰਨਾ ਤਾਂ ਵਿਆਹ ਦਾ ਦਿਨ ਬੰਨ੍ਹ ਲਓ, ਅਤੇ ਬਾਕੀ ਉਤਲੇ ਕੰਮ ਤਾਂ ਹੋ ਹੀ ਜਾਣਗੇ ਨਾ। ਸੋ ਇਸ ਵੇਲੇ ਜਿਹੜੀ ਸਾਡੇ ਚਾਂਦ ਸਾਹਿਬ ਵੀ ਇੰਡੀਆ ਗਏ ਸਨ, ਉਹ ਵੀ 2 ਦਿਨ ਪਹਿਲਾਂ ਹੀ ਵਾਪਸ ਆਏ ਨੇ, ਅਤੇ ਪਲਾਈ ਸਾਹਿਬ ਥੋੜ੍ਹੀ ਵਾਲੀ ਫੋਨਾਂ 'ਤੇ ਗੱਲ ਹੋਈ, ਅਤੇ ਅਸੀਂ ਵੈਸੇ ਦਿਨ ਚੂਜ਼ ਕਰ ਲਿਆ ਜਿਹੜਾ ਕਿ ਸਤੰਬਰ ਦੀ 24 ਅਤੇ 25 ਤਰੀਕ ਦਿਨ ਸੈਚਰਡੇ ਐਂਡ ਸੰਡੇ ਹੈ, ਔਰ ਫੁੱਲ ਡੇ 2 ਡੇ ਦਾ ਜਿਹੜਾ ਸੈਸ਼ਨ ਹੋਏਗਾ ਪਿਛਲੇ ਸਮਾਗਮਾਂ ਦੀ ਤਰ੍ਹਾਂ। ਔਰ ਉਹਦੇ ਵਿੱਚ ਅਸੀਂ ਸਾਡੀ ਕੋਸ਼ਿਸ਼ ਹੈ ਕਿ ਬਹੁਤ ਸਾਰੇ ਜਿਹੜੇ ਸਾਡੇ ਵਿਦਵਾਨ ਨੇ, ਸਾਡੇ ਆਪਣੇ ਵਿਦਵਾਨ ਨੇ, ਬੜੇ ਪਿਆਰੇ ਵੱਡੇ ਲੇਖਕ ਸਾਡੇ ਆਪਣੇ ਵੈਨਕੂਵਰ ਸਰੀ 'ਚ ਵੱਸਦੇ ਨੇ, ਅਤੇ ਨਾਲ ਦੀ ਨਾਲ ਕੈਨੇਡਾ 'ਚੋਂ, USA 'ਚੋਂ, ਅਤੇ ਜਿਹੜਾ ਇੱਕ ਬਹੁਤ ਹੀ ਵਧੀਆ ਵਫਦ ਜਿਹੜਾ ਆਲਰੇਡੀ ਕਨਫਰਮ ਹੋ ਗਿਆ, ਉਹ ਆਸਟ੍ਰੇਲੀਆ ਤੋਂ 8-10-15 ਬੰਦੇ ਆਉਣ ਦਾ ਵੀ ਉਹਨਾਂ ਨੇ ਕਨਫਰਮ ਕਰਤਾ ਹੈ।
ਉੱਥੇ ਦੇ ਸਾਹਿਤਕਾਰ ਨੇ, ਬੁੱਧੀਜੀਵੀ ਨੇ, ਕੋਈ NGO ਨੇ ਕੰਮ ਕਰਦੇ ਨੇ, ਭਲੇ ਦੇ ਕੰਮ ਕਰਦੇ ਨੇ, ਕਿ ਸਾਡੀ ਕੋਸ਼ਿਸ਼ ਹੁੰਦੀ ਕਿ ਹਰ ਵਰਗ ਨੂੰ ਨਾਲ ਜੋੜਿਆ ਜਾਵੇ। ਸੋ ਉਹ ਵੀ ਇੱਕ ਪੰਜਾਬ ਭਵਨ ਲਈ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਜੀ। ਬਹੁਤ ਬਹੁਤ ਸ਼ੁਕਰੀਆ ਭੱਟ ਸਾਹਿਬ, ਮਿਹਰਬਾਨੀ। ਥੈਂਕ ਯੂ ਜੀ, ਧੰਨਵਾਦ। ਦੋਸਤੋ, ਜਿੱਦਾਂ ਕਿ ਤੁਹਾਨੂੰ ਦੱਸ ਹੀ ਦਿੱਤਾ, ਸਤੰਬਰ ਦੇ ਵਿੱਚ 24-25 ਸਤੰਬਰ ਦਾ ਦਿਨ ਮਿਥ ਲਿਆ ਗਿਆ ਔਰ ਬਹੁਤ ਵੱਡਾ ਇਹ ਸਮਾਗਮ ਹੁੰਦਾ। 19 ਤਰੀਕ ਤੋਂ 19 ਤਰੀਕ ਤੋਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਦੇ ਉੱਤੇ 23 ਮਾਰਚ ਦੇ ਸੰਬੰਧ ਦੇ ਵਿੱਚ ਇੱਥੇ ਸਮਾਗਮ ਹੋ ਰਿਹਾ। 24-25 ਸਤੰਬਰ ਨੂੰ ਸਾਲਾਨਾ ਸਮਾਗਮ ਹੋ ਰਿਹਾ ਅਤੇ ਪੰਜਾਬ ਭਵਨ ਦੇ ਵਿੱਚ ਹੁਣ ਕੋਈ ਵੀ ਫੰਕਸ਼ਨ ਕੀਤਾ ਜਾ ਸਕਦਾ। ਤੁਸੀਂ ਪੰਜਾਬ ਭਵਨ ਨਾਲ ਸੰਪਰਕ ਕਰ ਸਕਦੇ ਹੋ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।